सत श्री अकाल। तुसीं लोकराण चैनल पंजाबी देख रहे हो। मैं तुहाडे नाल सुखविंदर सिंह। मेरे नाल इस वेले साबका मैंबर पार्लीमेंट डॉक्टर धर्मवीर गांधी मौजूद ने। असीं गलबात करांगे कि किसानी अंदोलन खेती कानूनां नूं लैके खड़ा होया सी। खेती बिल जिहड़े ने ओह जदों लोक सभा च पहुँचते हैं, राज सभा च पहुँचते हैं, फिर राष्ट्रपति तक जाते हैं, उन्हां सब दे विचाले एक मैंबर पार्लीमेंट का रोल की हुंदा? मैंबर पार्लीमेंट की सुनी जाती है जां नहीं सुनी जाती, इस सब के उत्ते गलबात करांगे। क्योंकि वड्डी गल ये है, तुसीं देख रहे हो कि सुखबीर सिंह बादल भी मैंबर पार्लीमेंट ने, अकाली दल के प्रधान ने, पंजाब दे विच किसान हितैषी पार्टी बनती है। हरसिमरत कौर बादल केंद्र विचों अपना अहुदा छड्ड के जिहड़ा ओह पंजाब दे विच किसानां दे नाल आके खड़े ने। ओह कहंदे ने कि असीं भी किसानां दे नाल आ। बाकी जिहड़े मैंबर पार्लीमेंट कांग्रेस दे ओह भी तुसीं देखिआ कि जाके दिल्ली धरने दे रहे ने। सब दे उत्ते विस्तारत गलबात होएगी। खेती कानूनां बारे सरकार दा हुण की एजेंडा है ਉਹਦੇ ਉੱਤੇ भी गलबात होएगी। डॉक्टर साहब तुहाडा स्वागत है लोकराण। बहुत धन्यवाद जी। लोकराण दे सारे तुहाडे दर्शकां नूं ते तुहाडे दोस्तां मित्रां नूं सही सुनैयां नूं मेरे वल्लों प्यार भरी सत श्री अकाल, आदाब, नमस्कार जी। डॉक्टर साहब जिवें कि मैं दस्सिआ तुसीं लोक सभा दे विच रहे हो, मैंबर पार्लीमेंट रहे हो, तुसीं देखिआ होना कि जदों कोई बिल आउंदा ओह थोड़ा दस्सो कि किवें बिल लिआउंदे ने ते की कुछ हुंदा ਉਹਦੇ ਵਿੱਚ। देखो ਜਿਹੜੇ ਵੀ ਬਿੱਲ ਜਿਹੜੀ ਸੱਤਾ ਤੇ ਹੈਗੀ ਆ, ਹਾਕਮ ਤੇ ਹੈਗੀ ਆ, ਉਹ ਲੈ ਕੇ ਆਂਦੀ ਹੈਗੀ ਹੈ। ਹਾਕਮ ਧਿਰਾਂ ਦੀਆਂ ਪਾਰਟੀਆਂ ਹੈਗੀਆਂ, ਜਿਵੇਂ ਕਾਂਗਰਸ ਵੀ ਹਾਕਮ ਧਿਰ ਦੀ ਪਾਰਟੀ ਹੈ ਤੇ ਭਾਜਪਾ ਵੀ ਹਾਕਮ ਧਿਰ ਦੀ ਪਾਰਟੀ ਹੈ। ਇਹ ਸਾਰੀਆਂ ਹਾਕਮ ਧਿਰਾਂ ਨੇ, ਇਹ ਕਦੇ ਇੱਕ ਧਿਰ ਦਾ ਰਾਜ ਹੁੰਦਾ, ਕਦੇ ਦੂਜੇ ਧਿਰ ਦਾ ਰਾਜ ਹੁੰਦਾ, ਕੁੱਲ ਮਿਲਾ ਕੇ ਹਾਕਮ ਨੇ। ਬਿਲਕੁਲ। ਸੋ ਜਦੋਂ ਵੀ ਜਿਹੜੀ ਮੌਜੂਦਾ ਰਾਜ ਸੱਤਾ ਦੇ ਜਿਹੜੀ ਕਾਬਜ਼ ਹਾਕਮ ਧਿਰ ਹੈਗੀ ਹੈ, ਉਹ ਕੋਈ ਬਿੱਲ ਲੈ ਕੇ ਆਂਦੀ ਹੈਗੀ ਹੈ, ਤਾਂ ਬਿੱਲ ਦਾ ਕੋਈ ਮਕਸਦ ਹੁੰਦਾ ਹੈਗਾ। ਬਿਲਕੁਲ। ਚੰਗਾ ਜਾਂ ਮਾੜਾ, ਇੱਕ ਦੇ ਲੋਕਾਂ ਦੇ ਹਿੱਤਾਂ ਨੂੰ ਪੂਰਨ ਵਾਲਾ ਜਾਂ ਸਰਮਾਏਦਾਰਾਂ ਦੇ ਹਿੱਤਾਂ ਨੂੰ ਪੂਰਨ ਵਾਲਾ, ਗਰੀਬਾਂ ਵਾਸਤੇ ਜਾਂ ਅਮੀਰਾਂ ਵਾਸਤੇ, ਬਿਲਕੁਲ, ਕਿਸਾਨਾਂ ਮਜ਼ਦੂਰਾਂ ਵਾਸਤੇ ਜਾਂ ਅੰਬਾਨੀਆਂ ਅਡਾਨੀਆਂ ਵਾਸਤੇ। ਬਗੈਰ ਮਕਸਦ ਤੋਂ ਕੋਈ ਬਿੱਲ ਨਹੀਂ ਆਉਂਦਾ ਹੈਗਾ। ਜਾਂ ਕੋਈ ਸੁਧਾਰ ਦੇ ਬਿੱਲ ਹੈਗੇ, ਜਿਵੇਂ ਕੋਈ ਸਮਾਜਿਕ ਸੁਧਾਰ ਕਰਨਾ, ਉਹਦੇ ਵਾਸਤੇ ਬਿੱਲ ਹੁੰਦੇ, ਉਹ ਕੁੱਲ ਮਿਲਾ ਕੇ ਉਹ ਸਮਾਜਿਕ ਸੁਧਾਰ ਵਾਸਤੇ ਦਾ ਘੇਰਾ ਹੁੰਦਾ। ਜਿਹੜੇ ਆਰਥਿਕ ਬਿੱਲ ਹੈਗੇ ਹੈ, ਜਿਨ੍ਹਾਂ ਦਾ ਦੇਸ਼ ਦੀ ਆਰਥਿਕਤਾ ਨਾਲ ਸੰਬੰਧ ਹੈਗਾ, ਉਹ ਬਿੱਲਾਂ 'ਚ ਹਮੇਸ਼ਾ ਕੋਈ ਨਾ ਕੋਈ ਮਕਸਦ ਹੁੰਦਾ ਹੈਗਾ। ਬਿਲਕੁਲ। ਮਿਸਾਲ ਦੇ ਤੌਰ 'ਤੇ ਜੇ ਗੱਲ ਕਰਨੀ ਹੋਵੇ ਤਾਂ मनरेगा एक बिल आया सीगा, ਉਹ 'ਚ ਵੀ ਹਾਲਾਂਕਿ ਆਰਥਿਕਤਾ ਮਜ਼ਬੂਤ ਹੁੰਦੀ ਹੈ ਸਰਮਾਏਦਾਰੀ ਦੀ। ਕੋਈ ਲੋਕਾਂ ਹੱਥਾਂ 'ਚ ਪੈਸਾ ਹੋਊਗਾ ਤਾਂ ਮਾਲ ਵਿਕੂਗਾ, ਫੈਕਟਰੀਆਂ ਵਧਣ ਫੁੱਲਣਗੀਆਂ, ਫੈਕਟਰੀ ਵਧਣ ਫੁੱਲਣਗੀਆਂ ਤਾਂ ਸਰਮਾਏਦਾਰ ਵਧੂ ਖੁੱਲੂਗਾ। ਹਾਲਾਂਕਿ ਉਹਦਾ ਬਿੱਲ ਵੀ ਅਸਿੱਧੇ ਢੰਗ ਨਾਲ ਉਹ ਵੀ ਸਰਮਾਏਦਾਰੀ ਹੱਕ 'ਚ ਭੁਗਤਦਾ, ਪਰ ਉਹਦੇ ਨਾਲ ਇੱਕ ਲੋਕਾਂ ਦੇ ਹੱਥ 'ਚ ਪੈਸਾ ਆਉਂਦਾ। ਮਜ਼ਦੂਰੀ ਘੱਟੋ ਘੱਟ ਮਜ਼ਦੂਰੀ 100 ਦਿਨ ਵਾਸਤੇ ਇੱਕ ਨਿਸ਼ਚਿਤ ਹੁੰਦੀ ਹੈ, ਜਿਹੜੀ ਕਿ ਪਹਿਲਾਂ ਕਦੀ ਪ੍ਰਾਵਧਾਨ ਨਹੀਂ ਸੀਗਾ। ਜਾਂ ਫੂਡ ਸਿਕਿਉਰਿਟੀ ਬਿੱਲ ਹੈਗਾ, ਜਾਂ ਐਜੂਕੇਸ਼ਨ ਦਾ ਬਿੱਲ ਹੈ। ਜਿਹੜੇ ਬਿੱਲ ਲੋਕਾਂ ਦੇ ਕੁਝ ਹੱਕ ਵਾਸਤੇ ਆਉਂਦੇ ਹੈਗੇ, ਇੱਕ ਉਹ ਬਿੱਲ ਹੁੰਦੇ। ਇੱਕ ਹੁੰਦੇ ਪਿਓਰ ਆਰਥਿਕ ਬਿੱਲ, ਜਿਨ੍ਹਾਂ ਦਾ ਮਕਸਦ ਕੇਵਲ ਤੇ ਕੇਵਲ ਜਿੰਨੇ ਜਿਉਂ ਦੇ ਹਿੰਦੁਸਤਾਨ ਆਜ਼ਾਦ ਹੋਇਆ, ਉਹਨਾਂ ਦਾ ਮਕਸਦ ਕੁੱਲ ਮਿਲਾ ਕੇ ਬਿੰਗੇ ਟੇਢੇ ਢੰਗ ਨਾਲ, ਸਿੱਧੇ ਅਸਿੱਧੇ ਢੰਗ ਨਾਲ ਸਰਮਾਏਦਾਰਾ ਜੋ ਸਮਾਜ ਹੈਗਾ, ਜੋ ਸਰਮਾਏਦਾਰ ਲਾਣਾ ਹੈਗਾ, ਉਹਦੀ ਮਦਦ ਕਰਨਾ ਹੁੰਦਾ ਹੈਗਾ। ਖਜ਼ਾਨੇ ਭਰਨਾ ਹੁੰਦਾ ਜਾਂ ਸਰਮਾਏਦਾਰ ਸਮਾਜ ਦੀ ਮਦਦ ਕਰਨਾ ਹੁੰਦਾ, ਉਸ ਲਾਣੇ ਦੀ ਮਦਦ ਕਰਨਾ ਹੁੰਦਾ। ਸੋ ਪਹਿਲਾਂ ਸਰਕਾਰ ਦੀ ਮਨਸ਼ਾ ਸਾਫ਼ ਹੁੰਦੀ ਹੈਗੀ ਹੈ ਕਿ ਇਹ ਬਿੱਲ ਕਾਹਦੇ ਵਾਸਤੇ ਹੈਗਾ, ਫਿਰ ਉਹ ਬਿੱਲ ਬਹਿਸ ਵਾਸਤੇ ਲਿਆਂਦਾ ਜਾਂਦਾ ਹੈਗਾ। ਜਿਹੜਾ ਸਰਕਾਰ ਦੀ ਮਨਸ਼ਾ ਸਾਫ਼ ਹੈਗੀ ਤਾਂ ਉਹਦੇ ਉਸਾਰੂ ਬਹਿਸ ਹੁੰਦੀ ਹੈਗੀ ਹੈ। ਕੁਛ ਪ੍ਰਪੋਜ਼ਲਾਂ ਵਿਰੋਧੀ ਧਿਰ ਪਾਉਂਦੀ ਹੈਗੀ ਹੈ, ਜਿਹੜੇ ਅਲੱਗ-ਅਲੱਗ MPs ਹੈਗੇ, ਉਹ ਦਖਲ ਅੰਦਾਜ਼ੀ ਦਿੰਦੇ ਆ, ਆਪਣੀਆਂ ਸੋਧਾਂ ਤਰਮੀਮਾਂ ਪੇਸ਼ ਕਰਦੇ ਹੈਗੇ। ਉਹ ਤਰਮੀਮਾਂ ਸਰਕਾਰ ਕੰਸੀਡਰ ਕਰਦੀ। ਜੇ ਤਰਮੀਮ ਬਿੱਲ ਦੀ ਭਾਵਨਾ ਅਨੁਸਾਰ ਹੋਵੇ ਤਾਂ ਬਹੁਤ ਘੱਟ ਵੈਸੇ ਮੌਕਾ ਇੱਦਾਂ ਹੁੰਦਾ ਤਾਂ ਉਹ ਤਰਮੀਮ ਬਿੱਲ ਵਿੱਚ ਸ਼ਾਮਿਲ ਕਰ ਲਈ ਜਾਂਦੀ ਜਾਂ ਮਨਜ਼ੂਰ ਕਰ ਲਈ ਜਾਂਦੀ ਹੈ। ਅਦਰਵਾਈਜ਼ ਉਹ ਜੇ ਜ਼ਿਆਦਾ ਰੌਲਾ ਪੈ ਜਾਵੇ, ਜ਼ਿਆਦਾ ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਾ ਦੇਵੇ, ਤਾਂ ਉਹ ਜਿਹੜੇ ਬਿੱਲ ਹੈਗੇ ਉਹ ਸਿਲੈਕਟ ਕਮੇਟੀ ਕੋਲ ਚਲ ਜਾਂਦੇ ਆ। ਸਿਲੈਕਟ ਕਮੇਟੀ ਕੋਲ, ਸਟੈਂਡਿੰਗ ਕਮੇਟੀ ਕੋਲ, ਤੇ ਉਹ ਮੁੜ ਕੇ ਉਸ ਮਹਿਕਮੇ ਦੀ ਜਿਹੜੀ ਸਟੈਂਡਿੰਗ ਕਮੇਟੀ ਹੈਗੀ ਹੈ, ਉਹ ਜਾਂ ਇੱਕ ਸਿਲੈਕਟ ਕਮੇਟੀ ਬਣਦੀ ਹੈਗੀ, ਉਹਦੇ ਕੋਲ ਉਹ ਚਲੇ ਜਾਂਦੇ ਹੈਗੇ, ਜਿੱਥੇ ਮੁੜ ਕੇ ਉਹ ਸਾਰੇ ਫਿਰ ਮੁੜ ਕੇ ਉਸ ਜਿਹੜੀ ਸਟੈਂਡਿੰਗ ਕਮੇਟੀ ਹੈ ਮਿਸਾਲ ਦੇ ਤੌਰ 'ਤੇ, ਉਹਦੇ 'ਚ ਸੱਤਾ ਧਿਰ ਦੇ ਵੀ ਨੁਮਾਇੰਦੇ ਹੁੰਦੇ ਆ ਤੇ ਵਿਰੋਧੀ ਧਿਰ ਦੇ ਵੀ ਨੁਮਾਇੰਦੇ ਹੁੰਦੇ ਆ। ਦੋਨੋਂ ਇਸ ਬਿੱਲ ਦੇ ਅਲੱਗ-ਅਲੱਗ ਪਹਿਲੂਆਂ ਤੋਂ ਅਤੇ ਜੋ ਅਲੱਗ-ਅਲੱਗ ਸੋਧਾਂ ਆਈਆਂ ਹੈਗੀਆਂ, ਉਹਦੀ ਰੋਸ਼ਨੀ ਵਿੱਚ ਮੁੜ ਕੇ ਫਿਰ ਘੋਖਦੇ ਹੈਗੀ। ਫਿਰ ਸਿਲੈਕਟ ਕਮੇਟੀ ਉਹ ਬਿੱਲ 'ਤੇ ਆਪਣਾ ਕਮੈਂਟ ਦੇ ਕੇ ਮੁੜ ਕੇ ਫਿਰ ਪਾਰਲੀਮੈਂਟ ਵਿੱਚ ਭੇਜਦੀ ਹੈਗੀ ਹੈ ਤੇ ਸਰਕਾਰ ਫਿਰ ਬਿੱਲ ਨੂੰ ਬਹਿਸ ਵਾਸਤੇ ਪੇਸ਼ ਕਰਦੀ ਹੈਗੀ ਹੈ। ਸੋ ਜਿਹੜਾ ਹੁਣ ਧਰਨੇ ਮਾਰੇ ਜਾ ਰਹੇ ਹੈਗੇ ਹੈ ਜੰਤਰ ਮੰਤਰ ਤੇ, ਚਾਹੇ ਅਕਾਲੀਆਂ ਵੱਲੋਂ, ਕਾਂਗਰਸੀਆਂ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ, ਇਹਨਾਂ ਧਰਨਾ ਮਤਲਬ ਕੋਈ ਨਹੀਂ ਹੈਗਾ। ਇਹ ਖੇਤੀ ਕਾਨੂੰਨਾਂ ਦੀ ਆਪਾਂ ਗੱਲ ਕਰੀਏ, ਤੁਸੀਂ ਦੇਖਿਆ ਹੋਣਾ ਇਹ ਬਿੱਲ ਕਿੱਦਾਂ ਲਿਆਂਦਾ, ਇਹਦਾ ਵੀ ਦੱਸ ਦਿਓ ਵੀ ਇਹ ਕਿੱਦਾਂ ਲਿਆਂਦਾ। ਇੱਕ ਬਹਿਸ ਵੀ ਹੋਈ ਹੈਗੀ ਹੈ, ਪਰ ਸਰਕਾਰ ਇਸ ਬਿੱਲ ਨੂੰ ਪੁਸ਼
ਕਰਨ ਦੇ ਇੰਨੇ ਤਕੜੀ ਇੰਨੀ ਮਤਲਬ ਤਹਈਆ ਕਰੀ ਬੈਠੀ ਸੀਗੀ ਕਿ ਵਿਰੋਧੀ ਧਿਰ ਨੂੰ ਬਹੁਤਾ ਬਹਿਸ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ। ਔਰ ਕਿਉਂਕਿ ਬਰੂਟ ਮੈਜੋਰਟੀ ਐਬਸੋਲੂਟ ਮੈਜੋਰਟੀ ਭਾਜਪਾ ਦੀ ਹੈਗੀ ਹੈ, ਇਸ ਕਰਕੇ ਬਿੱਲ ਸਿੱਧੇ ਦਾ ਪਾਸ ਕਰ ਲਏ ਹੈਗੇ ਆ ਲੋਕ ਸਭਾ ਚੋਂ। ਰਾਜ ਸਭਾ ਥੋੜਾ ਖਤਰਾ ਸੀਗਾ, ਉੱਥੇ ਇਹਨਾਂ ਨੇ ਹੇਰਾਫੇਰੀ ਕਰਕੇ ਰਾਜ ਸਭਾ ਠੱਪ ਕਰਕੇ ਬੰਦ ਕਰਕੇ ਕੋਈ ਲੋਕੀ ਬਾਹਰ ਚਲ ਗਏ, ਮਤਲਬ ਧੱਕੇ ਨਾਲ ਉੱਥੇ ਪੂਰੀ ਗੈਰ ਜਮਹੂਰੀ ਤਰੀਕੇ ਨਾਲ ਗੈਰ ਸੰਵਿਧਾਨਕ ਤਰੀਕੇ ਨਾਲ ਇਹ ਬਿੱਲ ਉੱਥੇ ਵੀ ਨਹੀਂ ਪੁਸ਼ ਥਰੂ ਕਰ ਦਿੱਤੇ, ਉੱਥੇ ਪਾਸ ਕਰਵਾ ਲਿਆ ਇਹਨਾਂ ਨੇ, ਜਿਹਦਾ ਬਾਅਦ ਚ ਰੌਲਾ ਵੀ ਪਾਇਆ, ਮੁਜ਼ਾਹਰਾ ਵੀ ਨਿਕਲਿਆ ਪਾਰਲੀਮੈਂਟ ਦੇ ਜਿਹੜਾ ਪਰਸਰ ਹੈ ਉਹਦੇ ਵਿੱਚ ਮੁਜ਼ਾਹਰਾ ਕੱਢਿਆ ਗਿਆ ਵਿਰੋਧੀ ਖਾਸ ਕਰ TMC ਦੇ ਆਗੂਆਂ ਵੱਲੋਂ ਜਾਂ RJD ਆਗੂਆਂ ਵੱਲੋਂ ਮੁਜ਼ਾਹਰਾ ਕੱਢਿਆ ਗਿਆ, ਪਰ ਉਸ ਮੁਜ਼ਾਹਰੇ 'ਚ ਮੇਰਾ ਖਿਆਲ ਹੈ ਬਹੁਤ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਸ਼ਾਇਦ ਸ਼ਾਮਲ ਨਹੀਂ ਸੀਗੀਆਂ। ਜੀ ਡਾਕਟਰ ਸਾਹਿਬ, ਇਹਦੇ ਵਿੱਚ ਆਪਾਂ ਜੇ ਦੇਖੀਏ ਕਿ ਇੱਕ ਮੈਂਬਰ ਪਾਰਲੀਮੈਂਟ ਦਾ ਰੋਲ ਕੀ ਹੈ, ਕਿਉਂਕਿ ਰਵਨੀਤ ਬਿੱਟੂ ਵੀ ਉੱਥੇ ਖੜੇ ਨੇ, ਸੁਖਬੀਰ ਬਾਦਲ ਵੀ ਉੱਥੇ ਖੜੇ ਨੇ, ਹਰਸਿਮਰਤ ਬਾਦਲ ਵੀ ਉੱਥੇ ਆ, ਇਹਨਾਂ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ? ਕਿਉਂਕਿ ਇਹ ਆਪਾਂ ਜੇ ਸੁਖਬੀਰ ਬਾਦਲ ਹਰਸਿਮਰਤ ਬਾਦਲ ਤੇ ਆਈਏ, ਇਹ ਕਹਿੰਦੇ ਕਿ ਸਾਨੂੰ ਇਸ ਚੀਜ਼ ਬਾਰੇ ਪਹਿਲਾਂ ਤਾਂ ਇਹਦੀ ਪਿੱਠ ਥਾਪੜਦੇ ਰਹੇ, ਬਾਅਦ ਵਿੱਚ ਇਹ ਬਾਹਰ ਆ ਗਏ। ਦੇਖੋ ਜੀ, ਇਹ ਤਾਂ ਇਹਨਾਂ ਨੂੰ ਮਤਲਬ ਜੇ ਤੱਕ ਮੈਂ ਅਕਾਲੀ ਦਲ ਦੀ ਪਹਿਲਾਂ ਗੱਲ ਕਰਦਾ, ਅਕਾਲੀ ਦਲ ਨੂੰ ਤਾਂ ਇਹਨਾਂ ਬਿੱਲਾਂ ਬਾਰੇ ਅਗਾਊਂ ਜਾਣਕਾਰੀ ਸੀਗੀ, ਉਹਨਾਂ ਸਾਰੀਆਂ ਮੀਟਿੰਗਾਂ 'ਚ ਇਹ ਸ਼ਾਮਲ ਰਹੇ ਨੇ ਜਿਨ੍ਹਾਂ 'ਚ ਬਿੱਲਾਂ ਦੇ ਮਸੌਦੇ ਬਹਿਸ ਨਹੀਂ ਲੈਂਦੇ ਗਏ ਤੇ ਇਹਦੇ ਮਸੌਦੇ ਡਿਸਕਸ ਹੋਏ ਨੇ। ਤੇ ਇਹ ਤਾਂ ਪਹਿਲਾਂ ਦੀ ਗੱਲ ਨਹੀਂ, ਬਾਅਦ ਵਿੱਚ ਬਿੱਲ ਆ ਜਾਣ ਤੋਂ 2-2.5 ਮਹੀਨੇ ਬਾਅਦ ਤੱਕ ਕਦੇ ਪ੍ਰਕਾਸ਼ ਸਿੰਘ ਬਾਦਲ, ਕਦੇ ਸੁਖਬੀਰ ਬਾਦਲ, ਕਦੇ ਮਤਲਬ ਬੀਬਾ ਹਰਸਿਮਰਤ ਬਾਦਲ ਇਹਨਾਂ ਬਿੱਲਾਂ ਦੀ ਪੈਰਵੀ ਕਰਦੇ ਰਹੇ ਨੇ। ਕਿਸਾਨੀ ਨੂੰ ਕਹਿੰਦੇ ਸੀ ਤੁਸੀਂ ਗੁੰਮਰਾਹ ਨਾ ਹੋਵੋ, ਤੁਹਾਡੇ ਹੱਕ ਵਿੱਚ ਹੈ, ਤੁਹਾਡੇ ਮਤਲਬ ਫਾਇਦੇ ਵਾਸਤੇ ਹੈਗੇ ਆ। ਤੇ ਇਹਨਾਂ ਨੇ ਫਿਰ ਕੋਸ਼ਿਸ਼ ਵੀ ਕੀਤੀ, ਮੁੜ ਕੇ ਜਦੋਂ ਦੇਖਿਆ ਪੰਜਾਬ 'ਚ ਤਾਂ ਪਿੰਡਾਂ 'ਚ ਵੜਨ ਜੋਗੇ ਨਹੀਂ ਹੈਗੇ, ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਦਾ ਵਿਰੋਧ ਬਹੁਤ ਤਕੜਾ ਹੋ ਰਿਹਾ ਹੈਗਾ, ਇਹ ਅਕਸਰ ਹੀ ਹੋਇਆ ਹੈਗਾ। ਅਕਾਲੀ ਦਲ ਤੇ ਤਰਾਸਦੀ ਰਹੀ ਹੈ ਕਿ ਦਿੱਲੀ ਹੋਰ ਤੇ ਪੰਜਾਬ 'ਚ ਹੋਰ। ਮਿਸਾਲ ਦੇ ਤੌਰ ਤੇ CAA, NPR ਤੇ NCR ਦਾ ਜਦੋਂ ਬਿੱਲ ਲਿਆਂਦਾ ਗਿਆ, ਬਿੱਲ ਪਾਸ ਹੋਇਆ ਉਹ, ਤਾਂ ਉਸ ਵੇਲੇ ਦਿੱਲੀ ਇਹਦੇ ਹੱਕ 'ਚ ਵੋਟ ਪਾਏ। ਜੋ ਦੇਖਿਆ ਪੰਜਾਬ ਦਾ ਮੂਡੇ ਹੋ ਰਿਹਾ, ਅਸੀਂ ਪੰਜਾਬ ਦਾ ਸਿੱਖ ਘੱਟ ਗਿਣਤੀ 'ਚ ਹੈਗੇ ਆ, ਇੱਕ ਦੂਜੀ ਘੱਟ ਗਿਣਤੀ ਦਾ ਧੱਕਾ ਹੋ ਰਿਹਾ ਹੈਗਾ। ਫਿਰ ਜਦੋਂ ਪੰਜਾਬ ਦਾ ਮੂਡ ਦੇਖਿਆ, ਫਿਰ ਜਾ ਕੇ ਇਹਨਾਂ ਨੇ ਮਤਲਬ ਉਹ ਤੇ ਮਾੜਾ ਮੋਟਾ ਖਿਲਾਫ ਬੋਲਣਾ ਸ਼ੁਰੂ ਕੀਤਾ ਹੈਗਾ। ਬਿਲਕੁਲ। ਤੇ ਜਿਹੜੀ ਮਤਲਬ ਕਾਂਗਰਸ ਦੀ ਜਿਹੜੀ ਮੁਖਾਲਫਤ ਹੈਗੀ ਹੈ, ਉਹ ਕੋਈ ਢਿੱਡੋਂ ਮੁਖਾਲਫਤ ਨਹੀਂ ਕਾਂਗਰਸ ਦੀ ਵੀ ਹੈਗੀ, ਕਿਉਂਕਿ ਕਾਂਗਰਸ ਸਾਰਾ ਕੁਝ ਪਿਛਲੇ 70 ਸਾਲ 'ਚ ਕਰਦੀ ਆ ਰਹੀ ਹੈ ਜੋ ਅੱਜ BJP ਖੁੱਲੇ ਚਿੱਟੇ ਰੂਪ 'ਚ, ਨੰਗੇ ਰੂਪ 'ਚ ਕਰ ਰਹੀ ਹੈਗੀ। ਕਾਂਗਰਸ ਬੜੇ ਸ਼ਾਤਰਾਨਾ ਢੰਗ ਨਾਲ, ਬੜੇ ਸੂਖਮ ਢੰਗ ਨਾਲ ਇਹ ਸਾਰਾ ਕੁਝ ਕਰਦੀ ਆਈ ਹੈ। ਜਿਹਦੀ ਪੰਜਾਬ ਦੀ ਉਦਾਹਰਨ ਲੈਣੀ ਹੋਵੇ, ਪੰਜਾਬ 'ਚ ਵਿੱਦਿਆ ਦਾ ਜਿਹੜਾ ਖੇਤਰ ਹੈਗਾ, ਇਹ ਰਾਜ ਦਾ ਵਿਸ਼ਾ ਹੈਗਾ। ਉਹ 76 ਵਿੱਚ ਐਮਰਜੈਂਸੀ ਦੌਰਾਨ ਧੱਕੇ ਨਾਲ ਉਹ ਪੰਜਾਬ ਤੋਂ ਖੋਇਆ ਗਿਆ। ਪਾਣੇ ਪੰਜਾਬ ਦੇ ਹੱਕ ਸੀਗੇ, ਉਹ ਕਾਂਗਰਸ ਨੇ ਕਾਨੂੰਨੀ ਤੌਰ ਤੇ ਵੀ ਤੇ ਸੰਵਿਧਾਨਕ ਤੌਰ ਤੇ ਵੀ ਸਾਰੀਆਂ ਉਲੰਘਣਾਵਾਂ ਕਰਕੇ ਉਹ ਪੰਜਾਬ ਤੋਂ ਹੱਕ ਖੋਏ ਨੇ। ਪੰਡ ਬਿਜਲੀ ਪ੍ਰੋਜੈਕਟ ਸਾਡੇ ਭਾਖੜਾ ਨੰਗਲ ਤੇ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ ਉਹ ਕਾਂਗਰਸ ਰਾਜ ਵੇਲੇ ਖੋਏ ਨੇ। ਸੋ ਸਾਰੇ ਕਾਨੂੰਨ ਕਾਂਗਰਸ ਵੀ ਲਿਆਂਦੀ ਰਹੀ ਹੈ, ਜਿੱਥੇ ਰਾਜਾਂ ਨੂੰ ਜਾਂ ਲੋਕਾਂ ਦੇ ਖਿਲਾਫ ਰਾਜਾਂ ਨੂੰ ਹੱਕ ਵੀ ਹੋਣੇ ਕਰਨ ਦਾ। ਸੋ ਇਸ ਕਰਕੇ ਇਹਨਾਂ ਨੇ ਬਿੱਲ ਦੇ ਹੱਕ ਵਿੱਚ ਕੋਈ ਵੋਟ ਪਾਈ ਉੱਥੇ ਅੰਦਰ? ਨਹੀਂ, ਦੇਖੋ ਬਿੱਲ ਦੇ ਹੱਕ ਦਾ ਵੋਟ ਪਾਣੀ ਸੰਭਵ ਨਹੀਂ ਸੀਗੀ, ਨਾ ਹੀ ਇਹਨਾਂ ਨੇ ਮੇਰਾ ਰੌਲਾ ਰੱਪਾ ਪਾਇਆ। ਬੜੇ ਜੋ ਇੱਕ ਰਸਮੀ ਲੈਕਚਰ ਹੈਗੇ ਆ ਉਹ ਕੀਤੇ ਹੈਗੇ, ਰਸਮੀ ਵਿਰੋਧ ਕੀਤਾ ਹੈਗਾ। ਪਰ ਜੇ ਚਾਹਣ ਤਾਂ ਉੱਥੇ ਜੇ ਲੜਨ ਮਰਨ ਦੀ ਇੱਛਾ ਹੋਵੇ ਤਾਂ ਧਰਨਾ ਮਾਰ ਕੇ ਬਹਿਦਾ, ਤੁਹਾਨੂੰ ਚੱਕ ਕੇ ਬਾਹਰ ਮਾਰਨ, ਮਾਰਸ਼ਲ ਚੁੱਕ ਕੇ ਤੁਹਾਨੂੰ ਜੋ ਮਰਜ਼ੀ ਕਰਨ, ਤੁਸੀਂ ਕਹੋ ਅਸੀਂ ਪਾਸ ਨਹੀਂ ਹੋਣ ਦੇਣੇ। ਉੱਥੇ ਨੇਤਾ ਦਿਖਾਣਾ ਚਾਹੀਦਾ ਸੀ, ਜਿਵੇਂ ਦਾ ਕਿਸਾਨੀ ਸੰਘਰਸ਼ ਹੈ, ਇੰਨਾ ਬੜਾ ਸੰਘਰਸ਼ ਹੈਗਾ ਬਾਹਰ ਚੱਲ ਰਿਹਾ। ਜੇ ਉਹਦੇ ਜਿਹੜੀ ਭਾਵਨਾ ਦੇ ਅਨੁਸਾਰ ਜੇ ਦੇਖਣਾ ਹੋਵੇ, ਔਰ ਜੋ ਅੱਜ ਜੋ ਉੱਥੇ ਨੇ ਵਿਰੋਧ ਕੀਤਾ ਹੈਗਾ ਜਾਂ ਤਰਮੀਮਾਂ ਪੇਸ਼ ਕੀਤੀਆਂ ਜਾਂ ਜਿੰਨਾ ਬਿੱਲ ਦਾ ਵਿਰੋਧ ਕੀਤਾ, ਉਹ ਨਾ ਕਾਫੀ ਸੀਗਾ, ਉਹ ਕਾਫੀ ਨਹੀਂ ਸੀਗਾ। ਸੋ ਇਸ ਕਰਕੇ ਅੱਜ ਮਤਲਬ ਮੈਂ ਨਹੀਂ ਕਹਿੰਦਾ ਕਿ ਹਰ ਸਿਆਸੀ ਪਾਰਟੀ ਆਪਣਾ ਫਾਇਦਾ ਦੇਖਦੀ ਹੈ ਜਾਂ ਉਹਦਾ ਕੋਈ ਨਾ ਕੋਈ ਆਧਾਰ ਹੁੰਦਾ, ਉਹ ਕਈ ਵਾਰ ਸੱਚੀ ਠੀਕ ਗੱਲ ਵੀ ਕਰਦੀ ਹੈਗੀ ਹੈ। ਮੈਂ ਕਿਸੇ ਨੂੰ ਮੁਕੰਮਲ ਵੀ ਰੱਦ ਨਹੀਂ ਕਰਦਾ ਹੈਗਾ। BJP ਜਿਹੜੀ ਹੈ ਉਹ ਲਗਾਤਾਰ ਕਾਂਗਰਸ ਤੇ ਇਲਜ਼ਾਮ ਲਾਉਂਦੀ ਹੈ ਕਿ ਇਹਨਾਂ ਦੇ ਮੈਨੀਫੈਸਟੋ ਦੇਖ ਲਓ, ਉੱਥੇ ਵੀ ਇਹ ਗੱਲਾਂ ਹੁੰਦੀਆਂ ਸੀ। ਤੁਸੀਂ ਪੜ੍ਹਿਆ ਹੋਣਾ, ਤੁਸੀਂ ਦੇਖਿਆ ਹੋਣਾ, ਹੈ ਕੋਈ ਇਹੋ ਜਿਹੀ ਗੱਲ? ਦੇਖੋ, ਜਿਹੜੀ ਆ ਓਪਨ ਮਾਰਕੀਟ ਹੋਇਆ, ਕੰਟਰੈਕਟ ਫਾਰਮਿੰਗ ਹੋਈ ਹੈ, ਤੇ ਜਾਂ ਮਤਲਬ ਜਿਹੜੇ ਹੋਰ ਬਿੱਲ ਹੈ ਇਹਨਾਂ ਦੀ ਆਤਮਾ ਇਹ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਦਾ 17 ਦਾ ਮੈਨੀਫੈਸਟੋ ਹੈ, 19 ਦਾ ਮੈਨੀਫੈਸਟੋ ਹੈਗਾ, ਉਹਨਾਂ 'ਚ ਵੀ ਜਾਂ ਉਸ ਤੋਂ ਪਹਿਲਾਂ 14 ਬਿੱਲੇ ਵੀ ਮਤਲਬ ਜਦੋਂ ਅਕਾਲੀਆ ਰਾਜ ਸੀਗਾ ਉਦੋਂ ਵੀ ਕਿਸੇ ਨਾ ਰੂਪ ਇਹਨਾਂ ਦੀ ਆਤਮਾ ਭਟਕਦੀ ਹੈਗੀ ਹੈ ਕਿ ਕਿਵੇਂ ਮਤਲਬ ਖੇਤੀਬਾੜੀ ਸੈਕਟਰ ਨੂੰ ਹੌਲੀ ਹੌਲੀ ਜਿਹੜੀ ਖੇਤੀ ਨੂੰ ਉਹਨੂੰ ਪਿੱਛੇ ਕੀਤਾ ਜਾਵੇ ਤੇ ਸਰਮਾਏਦਾਰੀ ਨੂੰ ਅੱਗੇ ਲਿਆਂਦਾ ਜਾਵੇ, ਖੇਤੀ ਸੈਕਟਰ ਨੂੰ ਨਗੂਣਾ ਤੇ ਗੌਣ ਬਣਾਇਆ ਜਾਵੇ ਤੇ ਪ੍ਰਮੁੱਖ ਸਰਮਾਏਦਾਰੀ ਨੂੰ ਬਣਾਇਆ ਜਾਵੇ। ਤੇ ਇਹਨਾਂ ਦੇ ਪਹਿਲਾਂ ਸਾਰਾ ਕੁਝ ਇਹਨਾਂ ਦੀ ਦਿਮਾਗ 'ਚ ਹੈਗਾ, ਪ੍ਰਪੋਜ਼ਲ ਆ ਰਹੀਆਂ ਸੀਗੀਆਂ, ਬਹੁਤ ਪੁਰਾਣੀਆਂ ਗੱਲਾਂ ਹੈਗੀਆਂ। BJP ਨੇ COVID-19 ਦਾ ਯਾਨੀ ਕਰੋਨਾ ਦਾ ਫਾਇਦਾ ਲੈਂਦੇ ਹੋਏ ਸਨ ਜਿਹੜਾ 2020 'ਚ ਬਿੱਲ ਲਿਆਂਦੇ ਹੈਗੇ ਆ, ਇਹ ਇੱਕ ਬਿਲਕੁਲ ਗਿਣੀ ਮਿੱਥੀ ਸਾਜ਼ਿਸ਼ ਤਹਿਤ, ਕਿਉਂਕਿ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਵੀ ਸ਼ਾਇਦ ਆਪਣੀ ਗੱਲ ਹੋਈ ਹੋਵੇ ਇਸ ਮਾਮਲੇ ਤੇ ਕਿ COVID-19 ਨੇ
कोविड-19 ने ਜਾਂ ਕਰੋਨੇ ਨੇ ਇਹ ਗੱਲ ਸਾਬਤ ਕਰ ਦਿੱਤੀ, ਲੋਕਾਂ ਸਾਹਮਣੇ ਸਪਸ਼ਟ ਕਰ ਦਿੱਤੀ ਹੈ ਕਿ ਜੇ ਕੋਵਿਡ-19 ਤੋਂ ਬਾਅਦ ਦਾ ਸੰਸਾਰ ਹੈਗਾ ਇਹਦੀ ਵਿਉਂਤਬੰਦੀ ਹੋਣੀ ਹੈ, ਆਰਥਿਕ ਵਿਉਂਤਬੰਦੀ ਹੋਣੀ ਹੈ, ਵਪਾਰਕ ਵਿਉਂਤਬੰਦੀ ਹੋਣੀ ਹੈ ਤੇ ਇਹਦੀ ਜਿਹੜੀ ਦੁਨੀਆ ਦੀ ਆਪਣੀ ਇੱਕ ਨਵੀਂ ਵਿਉਂਤਬੰਦੀ ਹੋਣੀ ਹੈ। ਉਸ ਵਿਉਂਤਬੰਦੀ ਵਿੱਚ ਖੇਤੀਬਾੜੀ ਦਾ ਥਾਂ ਉੱਭਰ ਕੇ ਮੋਹਰੇ ਆ ਰਿਹਾ ਹੈਗਾ, ਕਿਉਂਕਿ ਪਹਿਲਾਂ ਕਾਫੀ ਲੰਮੇ ਅਰਸੇ ਤੋਂ ਵਿਕਸਿਤ ਮੁਲਕਾਂ 'ਚ ਖਾਸ ਤੌਰ 'ਤੇ ਸਾਡੇ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਵੀ ਹੌਲੀ ਹੌਲੀ GDP ਵਿੱਚ ਕਿਸਾਨੀ ਦਾ ਹਿੱਸਾ ਘਟਦਾ ਪਿਆ ਸੀ ਤੇ ਇੰਡਸਟਰੀ ਦੇ ਸਰਵਿਸ ਦਾ ਹਿੱਸਾ ਵੱਧਦਾ ਪਿਆ ਸੀ। ਅਮਰੀਕਾ 'ਚ ਤਾਂ 96% ਲੋਕੀ ਇੰਡਸਟਰੀ ਤੇ ਸਰਵਿਸ ਤੇ ਡਿਪੈਂਡ ਕਰਦੇ ਆ, ਸਾਰੇ ਯੂਰਪ 'ਚ 90% ਲੋਕੀ, ਸਿਰਫ 10% ਲੋਕੀ ਕਿਸਾਨੀ ਦੇ ਉੱਤੇ ਨਿਰਭਰ ਹੈਗੇ ਆ। ਸਾਡੇ ਮੁਲਕ 'ਚ 60% ਲੋਕੀ ਕਿਸਾਨੀ ਤੇ ਨਿਰਭਰ ਹੈਗੇ ਆ, ਹਾਲਾਂਕਿ GDP ਵਿੱਚ ਕੁੱਲ 13% ਜਿਹੜਾ GDP ਹੈ ਉਹ ਕਿਸਾਨੀ ਸੈਕਟਰ 'ਚੋਂ ਆਉਂਦਾ ਹੈਗਾ। ਸੋ ਕਿਸਾਨੀ ਸੈਕਟਰ ਨੂੰ ਹੋਰ ਨਸੱਤਾ ਬਣਾਉਣ ਵਾਸਤੇ, ਸਾਹਸਤਹੀਨ ਕਰਨ ਵਾਸਤੇ ਇਹ ਸਾਜ਼ਿਸ਼ਾਂ ਲੰਮੇ ਸਮੇਂ ਤੋਂ ਚੱਲਦੀਆਂ ਪਈਆਂ ਸੀਗੀਆਂ। ਵਿਸ਼ਵ ਵਪਾਰ ਸੰਗਠਨ ਦਾ ਵੀ ਵਿੱਚ ਰਿਹਾ, ਕਹਿੰਦੇ ਵਿਸ਼ਵ ਵਪਾਰ ਸੰਗਠਨ ਨੇ ਬਹੁਤ ਸਾਰੀਆਂ ਸਬਸਿਡੀਆਂ ਬੰਦ ਕਰੋ, ਸਾਰੀਆਂ, ਹਾਲਾਂਕਿ ਯੂਰਪ ਦਿੱਤੀਆਂ ਜਾਂਦੀਆਂ, ਅਮਰੀਕਾ ਦਿੱਤੀਆਂ ਜਾਂਦੀਆਂ, ਪਰ ਜਿਹੜੇ ਵਿਕਾਸਸ਼ੀਲ ਦੇਸ਼ ਸੀ, ਜਿਹੜੇ ਵਲਨਰੇਬਲ ਸੀ, ਜਿਹੜੇ ਖਤਰੇ ਮੂੰਹ ਸੀਗੇ, ਉਹਨਾਂ ਨੂੰ ਪ੍ਰੈਸ਼ਰ ਪਾ ਕੇ ਇਹ ਕਰਵਾਉਂਦੇ ਸੀਗੇ ਜੀ। ਸੋ ਕਰੋਨਾ ਦੇ ਸੰਕਟ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਦੇਖ ਲਿਆ ਕਿ ਐਗਰੀਕਲਚਰ ਗਰੋਥ ਤਾਂ ਹੈਗੀ ਪਲੱਸ ਤੇ ਸਰਵਿਸ ਤੇ ਇੰਡਸਟਰੀ ਹੈਗੀ ਹੈ ਮਾਈਨਸ। ਉਹ -23 ਹੈ, ਇਹ +3 ਹੈਗੀ ਹੈ। ਸੋ ਇਹਦਾ ਮਤਲਬ ਕੀ ਹੋਇਆ ਕਿ ਆਉਣ ਵਾਲੇ ਸਮੇਂ 'ਚ ਇਹ ਦਿਖਾਈ ਦਿੰਦਾ ਹੈਗਾ ਕਿ ਲੋਕ, ਸੰਸਾਰ ਦੇ ਲੋਕ, 7 ਅਰਬ ਲੋਕ ਸਕੂਟਰ ਚਾਹੇ ਨਾ ਲੈਣ, ਮੋਟਰਸਾਈਕਲ ਚਾਹੇ ਨਾ ਲੈਣ, ਕਾਰ ਚਾਹੇ ਨਾ ਲੈਣ, ਫ੍ਰਿਜ ਚਾਹੇ ਨਾ ਲੈਣ, ਜਾਂ ਨੌਕਾ ਚਾਹੇ ਨਾ ਲੈਣ, ਜਾਂ ਮਤਲਬ ਉਹ AC ਚਾਹੇ ਨਾ ਲੈਣ, ਪਰ ਉਹ ਸਵੇਰੇ ਸ਼ਾਮ ਖਾਣਾ ਜ਼ਰੂਰ ਖਾਣਗੇ, ਬਿਲਕੁਲ, ਸਬਜ਼ੀ ਜ਼ਰੂਰ ਪਾਲਣਗੇ, ਦੁੱਧ ਜ਼ਰੂਰ ਲੈਣਗੇ, ਮੀਟ ਅੰਡਾ ਜਾਂ ਮੱਛੀ ਜ਼ਰੂਰ ਲੈਣਗੇ, ਬਿਲਕੁਲ। ਉਹ ਮਤਲਬ ਜਿਹੜੇ ਖਾਦ ਪਦਾਰਥਾਂ ਦੀ ਜੋ ਹਿੰਦੁਸਤਾਨ ਦਾ ਲੈਣਾ ਹੋਵੇ ਤਾਂ 12 ਲੱਖ ਕਰੋੜ ਦਾ ਕਾਰੋਬਾਰ ਹੈ। 12 ਲੱਖ ਕਰੋੜ ਦਾ ਕਾਰੋਬਾਰ ਇਕੱਲਾ ਖੇਤੀ ਵਸਤਾਂ ਨਾਲ ਸੰਬੰਧਿਤ ਹੈਗਾ। ਉਸ ਕਾਰੋਬਾਰ ਉੱਤੇ ਤੇ ਉਹਦੀ ਪੈਦਾਵਾਰ ਉੱਤੇ ਜਿਹੜੇ ਕਾਰੋਬਾਰ ਤੇ ਕੀਤਾ ਹੈਗਾ ਹੈ ਕਿ ਜਿਹੜੀ ਆ ਕੰਟਰੈਕਟ ਫਾਰਮਿੰਗ ਤੇ ਨਾਲ ਜਿਹੜੀ ਐਸੈਂਸ਼ੀਅਲ ਕਮੋਡਿਟੀ ਐਕਟ ਹੈ, ਦੋਹਾਂ ਨੂੰ ਜੋੜ ਕੇ ਰੱਖਿਆ ਤਾਂ ਸਾਰੇ ਖੇਤੀਬਾੜੀ ਸੈਕਟਰ 'ਚ ਖੇਤੀ ਦਾ ਜੋ ਕੰਮ ਹੈਗਾ ਉਹ, ਤੇ ਜਿਹੜਾ ਖੇਤੀ ਵਸਤਾਂ ਦਾ ਜਿਹੜਾ ਵਪਾਰ ਹੈਗਾ ਉਹ ਸਾਰਾ ਕਾਰਪੋਰੇਟ ਹੱਥਾਂ ਦੇਣ ਦੀ ਪਲਾਨ ਹੈਗੀ ਹੈ, ਕਿਉਂਕਿ 7 ਅਰਬ ਲੋਕਾਂ ਨੂੰ ਅਨਾਜ ਖਵਾਉਣਾ, 7 ਅਰਬ ਲੋਕਾਂ ਨੂੰ ਖੁਰਾਕ ਮੁਹੱਈਆ ਕਰਨੀ ਹੈਗੀ ਹੈ। ਉਹ ਮਤਲਬ ਦੁਨੀਆ ਦੇ 70% ਹਿੱਸੇ ਇੱਦਾਂ ਦੇ ਹੈ ਜਿੱਥੇ ਜਾਂ ਤਾਂ ਬਰਫਾਂ ਪਈਆਂ ਹੋਈਆਂ ਜਾਂ ਉੱਥੇ ਮਤਲਬ ਰੇਗਿਸਤਾਨ ਹੈਗੇ। ਇੱਕ ਪੰਜਾਬ ਵਰਗੇ ਖਿੱਤੇ ਬਹੁਤ ਘੱਟ ਨੇ ਜਿੱਥੇ ਚਾਰੇ ਮੌਸਮ ਨੇ, ਬਿਲਕੁਲ, ਹਰ ਫਸਲ ਹੁੰਦੀ ਹੈਗੀ ਹੈ, ਪਾਣੀਆਂ ਦੀ ਪਾਣੀ ਮਤਲਬ ਨਹਿਰੀ ਪਾਣੀ ਦਾ ਇੰਤਜ਼ਾਮ ਹੈਗਾ ਹੈ ਜਾਂ ਟਿਊਬਵੈਲ ਲੱਗੇ ਹੋਏ ਆ, ਤੇ ਮੁਲਕ ਤੇ ਦੁਨੀਆ ਨੂੰ ਖੁਰਾਕ ਦੇਣ ਦੇ ਕਾਬਲ ਹੈਗਾ। ਇਸ ਦਾ ਅੰਦਾਜ਼ਾ ਲਾਓ ਕਿ ਇਕੱਲੇ ਪੰਜਾਬ ਨੇ ਇਹਨਾਂ ਦੀ ਹਿੰਦੁਸਤਾਨ ਦੀ ਭੁੱਖ ਨੰਗ ਸਾਰੀ ਖਤਮ ਕਰ, ਭੁੱਖੇ ਸੀਗੇ ਹਿੰਦੁਸਤਾਨ, ਮਤਲਬ ਮੰਗਤੇ ਸੀਗੇ, ਜਾ ਕੇ ਉੱਥੇ ਠੂਠਾ ਫੜ ਕੇ ਮੰਗਦੇ ਸੀਗੇ ਵਰਲਡ ਬੈਂਕ ਤੋਂ, ਤੇ PL 480 ਦੀ ਸ਼ਰਮਨਾਕ ਸ਼ਰਤਾਂ ਤਹਿਤ ਆਪਣੀ ਸਰਕਾਰ ਉੱਥੋਂ ਲੈ ਕੇ ਆਉਂਦੀ ਸੀਗੀ। ਤੇ ਪੰਜਾਬ ਨੇ ਹਾਲਾਂਕਿ ਆਪਣੀ ਜ਼ਮੀਨ, ਆਪਣੀ ਹਵਾ, ਆਪਣੀ ਮਿੱਟੀ ਦੀ ਕੋਸਟ ਤੇ ਉਹਦੀ ਕੀਮਤ ਤੇ ਉਹ ਤਾਰ ਕੇ ਕੈਂਸਰ ਵਰਗੀਆਂ ਬਿਮਾਰੀਆਂ ਮੁੱਲ ਲੈ ਕੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਤਾ, ਸਾਰੇ ਹਿੰਦੁਸਤਾਨ ਨੂੰ ਅਨਾਜਾਂ ਦੀ, ਮੋਟੇ ਅਨਾਜਾਂ ਦੀ ਪੈਦਾਵਾਰ ਆਤਮ ਨਿਰਭਰ ਬਣਾਤਾ। ਜੇ 2% ਜਿਹੜੀ ਕੋਈ ਜ਼ਮੀਨ ਹੈਗੀ ਹੈ ਉਹ 80% ਨੂੰ ਖਵਾ ਸਕਦਾ ਹੈਗਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿੱਦਣ ਇਹ ਜ਼ਮੀਨ ਦੀ ਨਵੇਂ ਤਰੀਕੇ ਨਾਲ ਭਰਪੂਰ ਵਰਤੋਂ ਹੋਣ ਲੱਗੀ ਤਾਂ ਦੁਨੀਆ ਨੇ ਕਿੰਨੇ ਖਿੱਤਿਆਂ ਨੂੰ ਮਤਲਬ ਕਿੰਨਾ ਕੁਝ ਮੁਹੱਈਆ ਕਰਾਇਆ। ਉਹ ਵਪਾਰ ਹੈਗਾ ਆਉਣ ਵਾਲੇ ਸਮੇਂ ਦਾ, ਵਿਉਂਤਬੰਦੀ ਹੈ। ਉਹਦੇ ਕਾਰਪੋਰੇਟ ਸੈਕਟਰ ਨੂੰ ਬਾੜਨ ਵਾਸਤੇ, ਅੰਬਾਨੀਆਂ ਅਡਾਨੀਆਂ ਦੇ ਮੁਨਾਫੇ ਨਿਸ਼ਚਿਤ ਕਰਨ ਵਾਸਤੇ, ਉਹਨਾਂ ਨੂੰ ਜਰਬਾ ਦੇਣ ਵਾਸਤੇ ਮੋਦੀ ਸਾਹਿਬ ਦੇ ਉਹ ਪਾਲਕ ਨੇ, ਉਹਨਾਂ ਇਲੈਕਸ਼ਨ ਲੜਾਇਆ ਤੇ ਇਹਨੂੰ ਜਿਤਾਇਆ ਹੈਗਾ। ਉਹ ਸਿਲਾ ਤਾਰਨ ਵਾਸਤੇ, ਜਾਂ ਹੋ ਸਕਦਾ ਬੀਜੇਪੀ ਪਾਰਟੀ ਦੀ, ਮੈਂ ਨਿੱਜੀ ਤੌਰ ਤੇ ਇਲਜ਼ਾਮ ਨਹੀਂ ਲਾਉਂਦਾ, ਬੀਜੇਪੀ ਪਾਰਟੀ ਨੂੰ ਜੋ ਫੰਡ ਜਾਂਦੇ ਨੇ, ਸਭ ਤੋਂ ਅਮੀਰ ਪਾਰਟੀ ਦੁਨੀਆ ਦੀ ਭਾਜਪਾ ਹੈਗੀ ਹੈ, ਤਾਂ ਉਹਦੇ ਜੋ ਅੰਬਾਨੀ ਅਡਾਨੀ ਦਾ ਫੰਡ ਜਾਂਦਾ ਹੈਗਾ ਉਹ 'ਚ ਹੋਰ ਮੁਨਾਫਾ ਕਰਨ ਵਾਸਤੇ ਇਹਨਾਂ ਨੇ ਜਿਹੜੇ 3 ਬਿੱਲ ਹੈ। ਨਹੀਂ ਦੱਸੋ ਕਿ ਇੱਕ ਆਰਡੀਨੈਂਸ ਹੁੰਦਾ ਸਿਰਫ ਐਮਰਜੈਂਸੀ ਹਾਲਤਾਂ ਵਾਸਤੇ। ਆਰਡੀਨੈਂਸ ਕਦੋਂ ਆਉਂਦਾ? ਜੋ ਹਾਲਤ ਐਮਰਜੈਂਸੀ ਹੋਣ, ਜੰਗ ਲੱਗ ਜਾਵੇ ਜਾਂ ਹੋਰ ਕੋਈ ਕੁਦਰਤੀ ਆਫਤ ਪਵੇ ਕਿ ਲੱਗੇ ਹੁਣ ਬਿਲਕੁਲ ਫੌਰੀ ਤੌਰ ਤੇ ਐਕਟ ਕਰਨਾ ਹੈ। ਇਹਦੇ ਆਰਡੀਨੈਂਸ ਲੈਣ ਦੀ ਲੋੜ ਕੀ ਸੀਗੀ? ਸਿੱਧੇ ਬਿੱਲ ਕਿਉਂ ਨਹੀਂ ਲਿਆਂਦੇ ਗਏ ਤਿਆਰ ਕਰਕੇ? ਉੱਥੇ ਪੂਰੀ ਬਹਿਸ ਕਿਉਂ ਨਹੀਂ ਕਰਾਈ ਰਾਜ ਸਭਾ ਵਿੱਚ? ਤੱਦੀ ਕਾਹਦੀ ਸੀ? ਤੱਦੀ ਇਹ ਸੀ ਕਿ ਜਿੰਨੀ ਜਲਦੀ ਹੋ ਸਕੇ ਰੌਲਾ ਪੈਣ ਤੋਂ ਪਹਿਲਾਂ ਇਹ ਜਿਹੜਾ ਖੇਤੀਬਾੜੀ ਦਾ ਚੱਲਣ ਹੈਗਾ ਔਰ ਖੇਤੀਬਾੜੀ ਦਾ ਕਾਰੋਬਾਰ ਹੈ ਇਹ ਅੰਬਾਨੀ ਅਡਾਨੀ ਦੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇ। ਹਾਲਾਂਕਿ ਤਿਆਰੀਆਂ ਇਹਦੀਆਂ ਬਹੁਤ ਲੰਮੇ ਸਮੇਂ ਤੋਂ, ਅੱਜ ਪਾਣੀਪਤ 'ਚ CLU ਚੇਂਜ ਕਰਕੇ ਬਹੁਤ ਵੱਡਾ ਅਡਾਨੀ ਦਾ ਸਟੋਰ ਖੁੱਲ੍ਹਣ ਲੱਗਿਆ ਹੈਗਾ, ਸਾਈਲੋ ਖੁੱਲ੍ਹਣ ਲੱਗਿਆ। ਪਹਿਲਾਂ ਮੋਗੇ ਲਾਗੇ ਸਾਈਲੋ ਹੈਗਾ, ਇੱਕ ਹੋਰ ਸਾਈਲੋ ਇੱਧਰ ਹੋਰ ਨਵਾਂ ਖੁੱਲ ਰਿਹਾ ਹੈਗਾ। ਸੋ ਇੰਤਜ਼ਾਮ ਤਾਂ ਬਹੁਤ ਚਿਰ ਤੋਂ ਜਿਹੜੇ ਹੁਣ ਤੁਸੀਂ ਦੇਖਿਆ ਖੇਤੀ ਮੰਤਰੀ ਨੂੰ ਤੁਸੀਂ ਸੁਣਿਆ ਹੋਣਾ, ਉਹਨਾਂ ਨੇ ਕਿਹਾ ਕਿ ਅਸੀਂ ਸੋਧਾਂ ਕਰ ਰਹੇ ਹਾਂ। ਹੁਣ ਲਗਾਤਾਰ ਭਾਜਪਾ ਜਿਹੜੀ ਉਹ ਦੇਸ਼ ਭਰ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਲਗਾਤਾਰ ਸੋਸ਼ਲ ਮੀਡੀਆ ਤੇ ਪ੍ਰਚਾਰ
ਕੀਤਾ ਜਾ ਰਿਹਾ, ਕਿਸਾਨ ਆਹ ਮੰਗਦੇ ਨੇ, ਅਸੀਂ ਆਹ ਦਿੱਤਾ, ਸੋਧਾਂ ਆਹ ਵਾਲੀਆਂ ਕੀਤੀਆਂ। ਸੋਧਾਂ ਦੇ ਵਿੱਚ ਤੁਸੀਂ ਸੁਣੀਆਂ ਹੋਣੀਆਂ ਕਿ ਉਹ ਸੋਧਾਂ ਦੇ ਨਾਲ ਗੁਜ਼ਾਰਾ ਹੋ ਜੂ ਕਿ ਨਹੀਂ ਹੋ? ਨਹੀਂ ਜੀ, ਨਹੀਂ, ਬਿਲਕੁਲ ਨਹੀਂ ਹੈ। ਜਦ ਬੁਨਿਆਦੀ ਤੌਰ ਤੇ ਬਿੱਲ ਦੀ ਭਾਵਨਾ ਗਲਤ ਹੈ, ਕਿਸਾਨ ਵਿਰੋਧੀ ਹੈਗੀ ਹੈ, ਤਾਂ ਸੋਧਾਂ ਦਾ ਮਤਲਬ ਕੀ ਹੈ? ਸੋਧਾ ਮਤਲਬ ਹੁੰਦਾ ਕਿ ਜੀ ਤੁਸੀਂ ਸੈਪਟਿਕ ਟੈਂਕ ਬਣਾ ਦਿੱਤਾ ਹੈ ਜੀ, ਤੁਸੀਂ ਸਾਨੂੰ ਚਾਹੀਦਾ ਵਾਟਰ ਟੈਂਕ, ਤੁਸੀਂ ਕੋਈ ਜੀ ਸੈਪਟਿਕ ਟੈਂਕ ਨੂੰ ਠੀਕ ਕਰ ਲੈਣੀ, ਸੋਧਾ ਕਰ ਲੈ। ਸੈਪਟਿਕ ਟੈਂਕ ਹੋਰ ਚੀਜ਼ ਹੈ, ਵਾਟਰ ਟੈਂਕ ਹੋਰ ਚੀਜ਼ ਹੈ। ਸੋ ਸੈਪਟਿਕ ਟੈਂਕ ਨੂੰ ਚੱਕ ਕੇ ਬਾਹਰ ਮਾਰਨਾ ਪੈਣਾ, ਤਾਂ ਜਾ ਕੇ ਵਾਟਰ ਟੈਂਕ ਬਣੂਗਾ, ਤਾਂ ਜਾ ਕੇ ਵਾਟਰ ਟੈਂਕ ਦੀ ਗੱਲ ਹੋ ਸਕਦੀ ਹੈਗੀ। ਸੋ ਸੈਪਟਿਕ ਟੈਂਕ ਚ ਜਿਹੜਾ ਚੀਜ਼ ਮਾਰਨ ਵਾਸਤੇ ਬਣਾਈ ਕਿਸਾਨੀ ਨੂੰ, ਉਹ ਸੋਧਾਂ ਕਾਹਦੀਆਂ? ਉਹ ਤਾਂ ਮੁੱਢੋਂ ਸੁੱਢੋਂ ਰੱਦ ਹੋਣੇ ਚਾਹੀਦੇ ਹੈਗੇ। ਕਿਸਾਨ ਇਹ ਵੀ ਕਹਿ ਰਹੇ ਨੇ ਨਾ ਕਿ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ। ਬਿਲਕੁਲ, ਸੰਵਿਧਾਨ ਦੀ ਉਲੰਘਣਾ ਇਸ ਕਰਕੇ ਕੀਤੀ ਗਈ ਹੈ ਕਿ ਜਦੋਂ ਭਾਰਤੀ ਸੰਘ ਬਣਿਆ ਹਿੰਦੁਸਤਾਨ, ਮੈਂ ਤਾਂ ਤੁਹਾਨੂੰ ਇੱਕ ਮੁਲਕ ਨਹੀਂ ਮੰਨਦਾ, ਐਲਾਨੀਆ ਨਹੀਂ ਮੰਨਦਾ, ਹਿੰਦੁਸਤਾਨ ਕੋਈ ਮੁਲਕ ਨਹੀਂ ਹੈ, ਇਹ ਵਿਲੱਖਣਤਾਵਾਂ ਦਾ ਮੁਲਕ ਹੈਗਾ। ਸਾਡਾ ਸੰਵਿਧਾਨ ਕਹਿੰਦਾ ਕਿ ਇੱਥੇ ਭਾਸ਼ਾਈ, ਇਲਾਕਾਈ, ਧਾਰਮਿਕ, ਕੌਮੀ ਵਿਲੱਖਣਤਾਵਾਂ ਹੈਗੀਆਂ। ਸੋ ਇਹ ਉੱਥੇ ਜਿਹੜੀ ਤਾਕਤਾਂ ਦੀ ਵੰਡ ਹੋਈ ਹੈ, ਕਾਨੂੰਨ ਬਣਾਉਣ ਦੀ ਵੰਡ ਹੋਈ ਹੈ, ਇੱਕ ਰਾਜਾਂ ਦੀ ਸੂਚੀ, ਇੱਕ ਕੇਂਦਰ ਦੀ ਸੂਚੀ, ਇੱਕ ਸੰਵਰਤੀ ਸੂਚੀ। ਰਾਜਾਂ ਦੀ ਸੂਚੀ ਵਿੱਚ ਜਿਹੜਾ ਮੱਦ ਨੰਬਰ 14 ਹੈਗੀ ਹੈ, ਉਹਦੇ ਚ ਜਿਹੜੀ ਖੇਤੀਬਾੜੀ ਹੈ ਉਹ ਰਾਜ ਦਾ ਵਿਸ਼ਾ ਹੈਗੀ ਹੈ। ਮੱਦ ਨੰਬਰ 28 ਚ ਜਿਹੜੀ ਮਾਰਕੀਟਿੰਗ ਹੈਗੀ ਹੈ ਉਹ ਰਾਜ ਦਾ ਵਿਸ਼ਾ ਹੈਗਾ। ਦੋਨੇ ਵਿਸ਼ੇ ਉਲੰਘ ਕੇ ਉਹ ਕੇਂਦਰ ਨੇ ਬਿੱਲ ਬਣਾਤੇ, ਜਿਹੜੀ ਕਿ ਰਾਜਾਂ ਦੇ ਅਧਿਕਾਰ ਦੀ ਉਲੰਘਣਾ, ਉਹਦਾ ਗਲ ਘੁੱਟਿਆ ਗਿਆ, ਉਹ ਖੋਇਆ ਗਿਆ ਹੈਗਾ। ਸੋ ਇਹ ਕਾਨੂੰਨੀ ਤੌਰ ਵੀ ਮਸਲਾ ਹੈਗਾ, ਇਹ ਸੰਵਿਧਾਨਕ ਤੌਰ ਤੇ ਵੀ ਗਲਤ। ਕਿਸਾਨਾਂ ਦਾ ਖਦਸ਼ਾ ਇਹੀ ਹੈ ਨਾ ਵੀ ਜੇ ਅੱਜ ਇਹ ਸੰਵਿਧਾਨ ਦੇ ਨਾਲ ਛੇੜਛਾੜ ਕਰਕੇ ਸਿੱਧੀ ਦਖਲਅੰਦਾਜ਼ੀ ਸੂਬਿਆਂ 'ਚ ਕਰਦੇ ਨੇ ਤੇ ਕੱਲ ਨੂੰ ਹੋਰ ਵੀ ਕਾਨੂੰਨ ਲਿਆ ਸਕਦੇ ਨੇ, ਹੋਰ ਵੀ ਬਿੱਲ ਲਿਆ ਸਕਦੇ ਨੇ। ਪਹਿਲਾਂ ਵੀ ਲਿਆਂਦੇ ਆ, ਅੱਜ ਵੀ ਲਿਆਂਦੇ, ਕੱਲ ਨੂੰ ਵੀ ਲਿਆਣਗੇ, ਕਿਉਂਕਿ ਇਹ ਦੋ ਚੀਜ਼ਾਂ ਦੀ ਜੰਗ ਲਗਾਤਾਰ 70 ਤੋਂ ਬਾਅਦ, ਪਹਿਲਾਂ ਬੜੇ ਲੁਕਵੇਂ ਢੰਗ ਨਾਲ ਕਹਿ ਲਓ, ਸੂਖਮ ਢੰਗ ਨਾਲ ਕਹਿ ਲਓ, ਕਾਂਗਰਸ ਕਰਦੀ ਰਹੀ ਹੈ। ਹੁਣ ਕੁੱਡਰ ਤੇ ਨੰਗੇ ਤੇ ਬਦਮਾਸ਼ੀ ਵਾਲੇ ਢੰਗ ਨਾਲ ਉਹ ਭਾਜਪਾ ਕਰਦੀ ਪਈ ਹੈ। ਤੇ ਉਹ ਜੰਗ ਕਿਹੜੀ ਹੈਗੀ ਹੈ? ਉਹ ਹੈਗੀ ਕੇਂਦਰੀਕਰਨ ਤੇ ਵਿਕੇਂਦਰੀਕਰਨ ਦੀ, ਸੈਂਟਰਲਾਈਜੇਸ਼ਨ ਦੀ ਤੇ ਡੀਸੈਂਟਰਲਾਈਜੇਸ਼ਨ ਦੀ। ਸਾਨੂੰ ਰਾਜਾਂ ਨੂੰ ਡੀਸੈਂਟਰਲਾਈਜੇਸ਼ਨ ਫਿੱਟ ਬਹਿੰਦਾ, ਉਹ ਸਾਡੇ ਹਿੱਤ ਵਿੱਚ ਹੈਗਾ। ਸੈਂਟਰਲਾਈਜੇਸ਼ਨ ਚਾਹੇ ਟੈਕਸਾਂ ਦੀ ਕਰਨ, ਚਾਹੇ ਤਾਕਤਾਂ ਦੀ ਕਰਨ, ਚਾਹੇ ਕਾਨੂੰਨ ਬਣਾਉਣ ਦੀ ਪਾਵਰਾਂ ਦੀ ਕਰਨ, ਚਾਹੇ ਸੈਂਟਰਲਾਈਜੇਸ਼ਨ ਕਰਨ ਉਹ ਇਕੋਨਮੀ ਦੀ ਕਰਨ, ਸਿੰਗਲ ਮਾਰਕੀਟ ਦੀ ਕਰਨ, GST ਰਾਹੀਂ ਕਰਨ, ਸਿੰਗਲ ਰਾਸ਼ਨ ਕਾਰਡ, ਸਿੰਗਲ ਰਾਸ਼ਨ ਕਾਰਡ, ਸਿੰਗਲ ਮਾਰਕੀਟ, ਸਾਰਾ ਕੁਛ ਨਾ ਸਿੰਗਲ ਕਿ ਇੱਕ ਇਕਾਤਮਕ ਭਾਰਤ ਬਣਾਉਣਾ, ਜਿਹੜਾ ਕੁੱਲ ਮਿਲਾ ਕੇ ਹਿੰਦੂ ਭਾਰਤ ਬਣਾਉਣਾ ਹੈਗਾ, ਉਹ ਦੇਸ਼ ਵਾਸਤੇ ਬੜਾ ਘਾਤਕ ਹੈ। ਜਿਹੜੀ ਸਾਡੀ ਪਲੂਰਲਿਜ਼ਮ ਹੈਗਾ, ਜਿਹੜਾ ਮਤਲਬ ਅਲੱਗ-ਅਲੱਗ ਕਲਚਰ ਇਕੱਠੇ ਤੁਰੇ ਫਿਰਦੇ ਆਪਾਂ, ਹੁਣ ਤੱਕ ਤੁਰਦੇ ਫਿਰਦੇ ਰਹਿੰਦੇ ਸੀਗੇ, ਉਹਦੋਂ ਸੱਟ ਮਾਰ ਕੇ ਇਸ ਮੁਲਕ ਨੂੰ ਹਿੰਦੂ ਰਾਸ਼ਟਰ, ਜਿਵੇਂ ਪਾਕਿਸਤਾਨ ਮੁਸਲਿਮ ਦੇਸ਼ ਧਰਮ ਦੇ ਨਾਂ ਤੇ ਹੈਗਾ, ਇਵੇਂ ਹਿੰਦੁਸਤਾਨ ਨੂੰ ਹਿੰਦੂ ਧਰਮ ਦਾ ਇੱਕ ਹਿੰਦੂ ਧਰਮ ਦਾ ਦੇਸ਼ ਬਣਾਉਣਾ ਹੈਗਾ, ਜਿਹੜਾ ਸਾਨੂੰ, ਮੇਰੇ ਗਾਂਧੀ ਵਰਗੇ ਲੱਖਾਂ ਕਰੋੜਾਂ ਅਰਬਾਂ ਬੰਦਿਆਂ ਨੂੰ ਕਿਤੇ ਮਨਜ਼ੂਰ ਨਹੀਂ ਹੈਗਾ, ਨਾ ਅਸੀਂ ਨੂੰ ਕਦੀ ਮਨਜ਼ੂਰ ਕਰਾਂਗੇ। ਤੇ ਇਹ ਸਾਰਾ ਕੁਝ ਜਿਹੜਾ ਖੇਤੀ ਬਿੱਲ ਹੈਗਾ, ਇਹਨਾਂ ਦਾ ਵੀ ਕਿਤੇ ਨਾ ਕਿਤੇ ਲਿੰਕ ਹੈਗਾ ਹੈ, ਉਹ ਭਾਰਤੀ ਸਰਮਾਏਦਾਰੀ ਨੂੰ ਤਕੜਿਆ ਕਰਨਾ, ਤੇ ਸਰਮਾਏਦਾਰੀ ਜਿਹੜਾ ਕਾਰਪੋਰੇਟ ਕੈਪੀਟਲ, ਰਾਸ਼ਟਰਵਾਦ ਤੇ ਧਰਮ, ਜਿਹੜਾ ਤਿੰਨਾਂ ਦਾ ਜੋੜ ਹੈਗਾ, ਇਹ ਆਮ ਲੋਕਾਂ ਵਾਸਤੇ ਖਤਰਨਾਕ ਤੇ ਘਾਤਕ ਤੇ ਮਾਰੂ ਜੋੜ ਹੈਗਾ। ਔਰ ਇਹ ਜੋੜ ਹੈ ਜਿਹੜਾ ਫਾਸ਼ੀਵਾਦ ਲੈ ਕੇ ਆਉਂਦਾ। ਜੇ ਤੁਸੀਂ ਜਰਮਨ ਦਾ ਇਤਿਹਾਸ ਪੜ੍ਹੋ, ਜੇ ਤੁਸੀਂ ਇਟਲੀ ਦਾ ਇਤਿਹਾਸ ਪੜ੍ਹੋ, ਜਦੋਂ ਫਾਸ਼ੀਵਾਦ ਆਇਆ ਹੈਗਾ ਹੈ ਤਾਂ ਕਾਰਪੋਰੇਟ ਕੈਪੀਟਲ, ਜਿਸ ਬੈਂਕਿੰਗ ਕੈਪੀਟਲ ਸ਼ਾਮਲ ਸੀਗੀ, ਤੇ ਨਸਲ, ਸਾਡੀ ਆਰੀਅਨ ਕੌਮ ਮਹਾਨ ਹੈ, ਤੇ ਤੀਜਾ ਸੀਗਾ ਰਾਸ਼ਟਰਵਾਦ, ਜਰਮਨ ਮਹਾਨ ਰਾਸ਼ਟਰ ਹੈਗਾ। ਇਹ ਤਿੰਨਾਂ ਦਾ ਜਿਹੜਾ ਜੋੜ ਹੈਗਾ ਹੈ, ਇਹ ਸਾਡੇ ਮੁਲਕ ਵਾਸਤੇ ਮੌਤ ਦੀ ਘੰਟੀ ਹੈ, ਸਾਡੇ ਸਮਾਜ ਵਾਸਤੇ, ਸਾਡੇ ਸਾਰੇ ਦੇਸ਼ ਵਾਸਤੇ, ਸਾਡੇ ਲੋਕਾਂ ਵਾਸਤੇ, ਖਾਸ ਤੌਰ ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਵਾਸਤੇ ਇਹ ਬਿਲਕੁਲ ਇੱਕ ਮਤਲਬ ਖਤਰੇ ਦੀ ਘੰਟੀ ਹੈ, ਜਿਹਨੂੰ ਆਪਾਂ ਨੂੰ ਸਭ ਨੂੰ ਠੱਲ ਪਾਣੀ ਪੈਣੀ ਹੈਗੀ। ਨਹੀਂ ਤਾਂ ਇਸ ਮੁਲਕ ਦੀ ਜੋ ਸੁਹੱਪਣ ਹੈਗਾ, ਜੋ ਬਿਊਟੀ ਹੈਗੀ ਹੈ ਡੈਮੋਕ੍ਰੇਸੀ ਦੀ ਜਾਂ ਪਲੂਰਲਿਜ਼ਮ ਦੀ, ਉਹ ਸਾਰੀ ਖਤਮ ਹੋਣ ਦੇ ਕੰਢੇ ਪੁੱਜੀ। ਡਾਕਟਰ ਸਾਹਿਬ ਇੱਕ ਇਹ ਦੱਸੋ ਕਿ ਅਸੀਂ ਉਹੀ ਜੇ ਆਪਾਂ ਪਾਰਲੀਮੈਂਟ ਤੋਂ ਤੁਰੇ, ਹਾਂਜੀ, ਬਿੱਲ ਕਾਨੂੰਨ ਬਣ ਕੇ ਰਾਸ਼ਟਰਪਤੀ ਸਾਹਿਬ ਤੱਕ ਪਹੁੰਚਦਾ, ਰਾਸ਼ਟਰਪਤੀ ਦੀ ਹੁਣ ਤਾਕਤ ਕੀ ਰਹਿ ਜਾਂਦੀ ਹੈ? ਬਿੱਲ ਕਾਨੂੰਨ ਜਿਹੜਾ ਉਹਨਾਂ ਨੇ ਬਣਾਤਾ, ਉੱਤੇ ਸਾਈਨ ਕਰ ਦਿੱਤੇ, ਕਿਉਂਕਿ ਸਾਡੇ ਪੰਜਾਬ ਤੋਂ ਜਿਹੜੇ ਸਰਕਾਰ ਹੈ, ਇਹਨਾਂ ਨੇ ਵੀ ਬਿੱਲ ਬਣਾ ਕੇ ਉਹਨਾਂ ਤੱਕ ਪਹੁੰਚੇ, ਉਹਨਾਂ ਨੂੰ ਮੰਗ ਕੀਤੀ ਗਈ ਰਾਸ਼ਟਰਪਤੀ ਸਾਹਿਬ ਨੂੰ ਕਿ ਕਾਨੂੰਨ ਰੱਦ ਕਰੋ। ਹੋਰ ਵੀ ਜਾ ਰਹੇ ਨੇ ਮੈਂਬਰ ਪਾਰਲੀਮੈਂਟ ਜਾਂ ਸਰਕਾਰਾਂ। ਰਾਸ਼ਟਰਪਤੀ ਹੋਣ ਚਾਹੇ ਗਵਰਨਰ ਹੋਣ ਦਾ ਰਬੜ ਦੀ ਮੋਹਰ ਹੈ ਜੀ ਇਹ ਤਾਂ, ਤੇ ਉਹ ਸੰਵਿਧਾਨ 'ਚ ਕੋਈ ਪ੍ਰਾਵਧਾਨ ਹੈਗਾ ਕਿ ਰਾਸ਼ਟਰਪਤੀ ਇੱਕ ਵਾਰ ਉਹ ਕਾਨੂੰਨ ਵਾਪਸ ਕਰ ਸਕਦਾ, ਪਰ ਜੇ ਦੁਬਾਰਾ ਪਾਰਲੀਮੈਂਟ ਨੇ ਕਹਿਤਾ ਤਾਂ ਰਾਸ਼ਟਰਪਤੀ ਹੱਥ ਬੰਨੇ ਹੋਇਆ, ਉਹਨੂੰ ਪਾਸ ਕਰਨੇ, ਸਾਈਨ ਕਰਨੇ ਹੀ ਪੈਣੇ ਹੈਗੇ।
ਕਾਨੂੰਨੀ ਤੌਰ ਮਤਲਬ ਹੁਣ ਇੱਕ ਵਾਰ ਤਾਂ ਰੱਦ ਕਰ ਸਕਦੇ ਨੇ, ਇੱਕ ਵਾਰ ਕਰ ਸਕਦਾ ਹੈਗਾ, ਉਹ ਰੱਦ ਨਹੀਂ ਕਰ ਸਕਦਾ, ਉਹ ਪਾਰਲੀਮੈਂਟ ਨੂੰ ਦੁਬਾਰਾ ਰੀਕਨਸਿਡਰ ਹੋਣ ਵਾਸਤੇ ਭੇਜ ਸਕਦਾ ਹੈਗਾ। ਅੱਗੇ ਪਾਰਲੀਮੈਂਟ ਦੀ ਮਰਜ਼ੀ ਹੈ ਕਿ ਉਹਨਾਂ ਜੋ ਕਿਸਾਨ ਦਾ ਪ੍ਰੈਸ਼ਰ ਹੈਗਾ ਹੈ, ਪਹਿਲਾਂ ਪ੍ਰੈਸ਼ਰ ਰਾਸ਼ਟਰਪਤੀ ਤੇ ਪਵੇ, ਉਹ ਕਹਿਣ ਜੀ ਇਹ ਬਿੱਲ ਦੁਬਾਰਾ ਇਹਨੂੰ ਦੁਬਾਰਾ ਵਿਚਾਰੋ, ਸੋਧੋ ਨਹੀਂ, ਸਲਾਹ ਕੋਈ ਨਹੀਂ, ਇਹਨੂੰ ਵਿਚਾਰੋ। ਜੇ ਫਿਰ ਇਧਰੋਂ ਪਾਰਲੀਮੈਂਟ ਤੇ ਪ੍ਰੈਸ਼ਰ ਪਿਆ ਹੋਵੇ ਵਿਰੋਧੀ ਪਾਰਟੀ ਦੇ, ਕਿਸਾਨ ਮੋਰਚੇ ਦਾ ਵੀ, ਤਾਂ ਫਿਰ ਜਾ ਕੇ ਮਤਲਬ ਜੇ ਸਰਕਾਰ ਕਵੇ ਹਾਂਜੀ ਅਸੀਂ ਇਹਨੂੰ ਬਦਲ ਲੈਂਦੇ ਹੈਗੇ ਆ, ਜੇ ਇਹਦਾ ਜਾਇਦੀ ਆਤਮਾ ਜਾਂ ਸਰੂਪ ਬਦਲ ਲੈਂਦੇ ਹੈਗੇ ਜਾਂ ਮੁੱਢ ਰੱਦ ਕਰਦੇ ਹੈਗੇ, ਫਿਰ ਤਾਂ ਗੱਲ ਬਣਦੀ ਹੈਗੀ ਹੈ। ਜੇਕਰ ਸਰਕਾਰ ਦਾ ਇਹੀ ਅੜੀਅਲ ਰਵੱਈਆ ਹੈਗਾ, ਇਹੀ ਕਿਸਾਨਾਂ ਨੂੰ ਸਬਕ ਸਿਖਾਉਣ ਵਾਲਾ ਰਵੱਈਆ ਹੈਗਾ, ਇਹੀ ਕਾਰਪੋਰੇਟ ਪੱਖੀ ਰਵੱਈਆ ਹੈਗਾ, ਫਿਰ ਮੈਨੂੰ ਲੱਗਦਾ ਕਿ ਉਹ ਜਿਹੜਾ ਰਸਤਾ ਕਾਨੂੰਨੀ ਤੌਰ ਤੇ ਕੋਈ ਰਸਤਾ ਨਹੀਂ ਬਣਦਾ ਜੀ। ਤੇ ਜਿਹੜਾ ਕਹਿ ਰਹੇ ਨੇ ਕਿ ਹੁਣ ਸੈਸ਼ਨ ਸੱਦ ਕੇ ਇਹਨੂੰ ਰੱਦ ਕਰ ਦਿੱਤਾ ਜਾਵੇ, ਉਹ ਹੋ ਸਕਦਾ ਉੱਥੇ? ਨਹੀਂ, ਸੈਸ਼ਨ ਕਰਕੇ ਰੱਦ ਕਿਉਂ ਨਹੀਂ ਹੋ ਸਕਦਾ? ਬਿਲਕੁਲ ਹੋ ਸਕਦਾ। ਪਹਿਲਾਂ ਇਤਿਹਾਸ 'ਚ ਰੱਦ ਹੋਇਆ ਹੈਗਾ। ਕੀ ਰੱਦ ਹੋਇਆ ਸੀ? ਬਿੱਲ ਮੈਨੂੰ ਸਨ 55 ਇੱਕ ਬਿੱਲ ਰੱਦ ਹੋਇਆ, ਮੈਨੂੰ ਐਗਜ਼ੈਕਟ ਉਹਦਾ ਪਤਾ ਨਹੀਂ ਹੈਗਾ, ਪਰ ਮਤਲਬ ਇਤਿਹਾਸ ਹੈ ਇਸ ਚੀਜ਼ ਦਾ ਕਿ ਰੱਦ ਹੋ ਸਕਦਾ ਹੈਗਾ, ਪੱਕਾ ਇਤਿਹਾਸ ਹੈਗਾ। ਇਸ ਚੀਜ਼ ਦਾ ਵੀ ਕਿਸਾਨਾਂ ਨੂੰ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਖਾਸ ਧਿਆਨ ਰੱਖਣਾ ਪੈਣਾ ਵੀ ਰਾਸ਼ਟਰਪਤੀ ਸਾਹਿਬ ਤੋਂ ਇਹ ਨਾ ਹੋਵੇ ਕਿਤੇ ਆ ਕੇ ਪਾਰਲੀਮੈਂਟ ਦੇ ਵਿੱਚ ਫਿਰ ਇਹ ਕਹਿਣ ਕਿ ਨਹੀਂ ਅਸੀਂ ਨਹੀਂ ਰੱਦ ਕਰਨਾ, ਤੇ ਉਹ ਫਿਰ ਉੱਥੋਂ ਜਾ ਕੇ ਫਿਰ ਪੱਕੀ ਮੋਹਰ ਲੱਗ ਜਾਣੀ। ਉਹਦਾ ਮੈਂ ਰੈਫਰੈਂਸ ਤੁਹਾਨੂੰ ਦੇ ਦੂੰਗਾ, ਤੁਹਾਨੂੰ ਬਿਲਕੁਲ ਬਾਈ ਟੈਲੀਫੋਨ ਤੁਹਾਨੂੰ ਦੱਸ ਦੂੰਗਾ, ਤੁਹਾਨੂੰ ਉਹਦੀ ਕਾਪੀ ਦੇ ਦੂੰਗਾ ਰੈਫਰੈਂਸ ਦੀ। ਡਾਕਟਰ ਸਾਹਿਬ ਹੁਣ ਅਖੀਰ ਦੇ ਵਿੱਚ ਦੱਸ ਦਿਓ, ਮੇਰਾ ਆਖਰੀ ਸਵਾਲ ਹੈ ਕਿ ਖੇਤੀ ਕਾਨੂੰਨਾਂ ਦੇ ਹੁਣ ਤੱਕ ਜਿਹੜਾ ਸੰਘਰਸ਼ ਚੱਲਿਆ, ਤੁਸੀਂ ਤਾਂ ਬੜੀ ਨੇੜਿਓਂ ਤੱਕ ਕੇ ਆਏ ਹੋ, ਉੱਥੇ ਜਾ ਕੇ ਡਾਕਟਰੀ ਸਹਾਇਤਾ ਸਹੂਲਤ ਜਿਹੜੀ ਦਿੰਦੇ ਰਹੇ ਹੋ, ਲੋਕ ਤੱਕ ਹੀ ਰਹੇ ਨੇ ਤੁਹਾਨੂੰ। ਤੁਸੀਂ ਹੁਣ ਕੀ ਮੰਨਦੇ ਹੋ ਕਿ ਕਿਸਾਨੀ ਸੰਘਰਸ਼ ਜਿਹੜਾ ਉਹ ਕਿਸ ਮੋੜ ਦੇ ਉੱਤੇ ਖੜਾ ਹੈ, ਤੇ ਕਿੱਥੇ ਤੱਕ ਜਿਹੜੀ ਜਿੱਤ ਹੈ ਸੰਭਵ ਹੈ, ਕਿੱਥੇ ਜਿੱਤ ਜਿਹੜੀ ਯਕੀਨਨ ਹੋ ਜਾਏਗੀ? ਜੋ ਕਿਸਾਨੀ ਸੰਘਰਸ਼ ਬੜੇ ਨਾਜ਼ੁਕ ਮੋੜ ਤੇ ਖੜਾ ਹੈਗਾ। ਦਿੱਲੀ ਦਿਆਲਿੰਗ ਤੋਂ ਜਾਂ ਢਿੱਲ ਮੁੱਠ ਕਰਦਾ ਜਿਹੜਾ ਰਵੱਈਆ ਸੀ, ਵਾਰਤਾਲਾਪ ਵਾਲਾ 5-4 ਵਾਰ ਵਾਰਤਾਲਾਪ ਹੋਈ ਹੈ। ਪਹਿਲਾਂ ਤਾਂ ਪੂਰੀ ਹਕਾਰਤ ਵਾਲੀ ਸੀਗੀ, ਆਕੜ ਵਾਲੀ ਸੀ ਸਰਕਾਰ, ਹੰਕਾਰ ਵਾਲੀ ਸੀਗੀ, ਹੰਕਾਰ ਤੇ ਹਕਾਰਤ ਵਾਲੀ ਸੀ। ਹੌਲੀ ਹੌਲੀ ਸਰਕਾਰ ਨੇ ਸੋਚਿਆ ਕਿ ਨਹੀਂ, ਪੰਗਾ ਵੱਡਾ ਹੈਗਾ, ਥੋੜੀ ਗੱਲ ਸੀਰੀਅਸਲੀ ਕਰ ਲੈਣੇ ਹੈਗੇ ਆ। ਪਹਿਲਾਂ ਤਾਂ ਪਹਿਲਾਂ ਤਾਂ ਅਫਸਰ ਭੇਜੇ, ਫਿਰ ਮਿਨਿਸਟਰ ਭੇਜੇ, ਹੁਣ ਅਮਿਤ ਸ਼ਾਹ ਹੁਣੀ ਆਏ ਹੈਗੇ ਆ। ਸਭ ਕੁਝ ਹੋਇਆ ਤਾਂ ਕਿਉਂ ਕਿਸਾਨ ਦ੍ਰਿੜ ਇਰਾਦੇ ਨਾਲ ਜੀਣ ਮਰਨ ਦੇ ਸੰਘਰਸ਼ ਦਾ ਉਹਦੇ ਸੰਕਲਪ ਨਾਲ ਦਿੱਲੀ ਦੇ ਆਲੇ ਦੁਆਲੇ ਪੁੱਜੇ ਹੋਏ ਆ, ਘੇਰਾ ਕੱਤੀ ਬੈਠੇ। ਬਿਲਕੁਲ। ਤੇ ਦੂਜੇ ਪਾਸੇ ਕੌਮਾਂਤਰੀ ਲੈਵਲ ਤੇ ਜੋ ਪ੍ਰੈਸ਼ਰ ਪੈ ਰਿਹਾ, ਚਾਹੇ ਮਿਸਟਰ ਟਰੂਡੋ ਬੋਲ ਰਹੇ ਹੋਣ, ਚਾਹੇ ਕਮਲਾ ਹੈਰਿਸ ਅਮਰੀਕਨ ਵਾਈਸ ਪ੍ਰੈਜ਼ੀਡੈਂਟ ਬੋਲੀ ਹੋਵੇ, ਚਾਹੇ ਮਜ਼ਾਰੇ ਹੋਏ ਨਿਊਜ਼ੀਲੈਂਡ, ਚਾਹੇ ਮਜ਼ਾਰੇ ਹੋਏ ਆਸਟ੍ਰੇਲੀਆ, ਚਾਹੇ ਮਜ਼ਾਰੇ ਹੋਏ ਜਰਮਨ ਕਿਸਾਨਾਂ ਨੇ ਮਜ਼ਾਰੇ ਕੀਤੇ ਹੋਣ, ਜੋ ਦੁਨੀਆ ਭਰ 'ਚ, ਔਰ ਜੋ ਹਰਿਆਣੇ ਦੇ ਬਾਰਡਰਾਂ ਤੇ ਜੋ ਪੰਜਾਬੀ ਕਿਸਾਨਾਂ ਦਾ ਹੋਇਆ ਹੈਗਾ, ਔਰ ਜਿਸ ਤਰ੍ਹਾਂ ਸਾਡੇ ਅੰਦੋਲਨ ਨੂੰ, ਸ਼ਾਂਤਮਈ ਅੰਦੋਲਨ ਨੂੰ ਕਦੀ ਖਾਲਿਸਤਾਨੀ ਕਹਿ ਕੇ, ਕਦੀ ਮਤਲਬ ਅਰਬਨ ਨਕਸਲ ਅੰਦੋਲਨ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਹਦਾ ਸਾਰੀ ਦੁਨੀਆ ਨੋਟਿਸ ਲਿੱਤਾ ਹੈਗਾ ਕਿ ਤੁਸੀਂ ਲੋਕਾਂ ਦੇ ਸ਼ਾਂਤੀਪੂਰਵਕ ਸਰਕਾਰੀ ਫੈਸਲਿਆਂ ਦਾ ਵਿਰੋਧ ਕਰਨ ਦੇ ਹੱਕ ਨੂੰ ਮਾਰ ਨਹੀਂ ਸਕਦੇ। ਉਹ ਕਮਲਾ ਹੈਰਿਸ ਨੇ ਵੀ ਕਿਹਾ, ਉਹ ਮਿਸਟਰ ਟਰੂਡੋ ਨੇ 2 ਵਾਰ ਕਿਹਾ ਹੈਗਾ, ਔਰ ਸਾਰੇ ਦੁਨੀਆ ਦੇ, ਔਰ ਬ੍ਰਿਟੇਨ ਦੇ 35 MPs ਨੇ UN ਤੱਕ ਕਿਹਾ, ਔਰ ਕੱਲ UNO ਦੇ ਚੀਫ ਦਾ ਜਿਹੜਾ ਅੱਗੇ ਉਹਦਾ ਸਪੋਕਸਪਰਸਨ ਹੈ, ਉਹਨੇ ਬਰੀਫ ਕੀਤਾ ਹੈਗਾ ਕਿ ਲੋਕਾਂ ਨੂੰ ਸ਼ਾਂਤੀ, ਪੰਜਾਬ ਦੇ ਕਿਸਾਨਾਂ ਨੂੰ ਆਪਣੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ। UNO ਬੋਲ ਪਈ ਹੈਗੀ। ਸੋ ਜਿਹੜਾ ਇਹ ਪ੍ਰੈਸ਼ਰ ਬਣ ਰਿਹਾ ਇੰਟਰਨੈਸ਼ਨਲ, ਜੋ ਇਹਨਾਂ ਨਹਿੰਦੁਸਤਾਨ ਨਕਸ਼ਾ ਬਣਾਇਆ ਹੋਇਆ ਸੀ ਪਹਿਲਾਂ, ਉਹ ਜੋ ਛਵੀ ਵਿਗੜਨ ਲੱਗੀ ਹੈਗੀ ਹੈ, ਉਹ ਸਰਕਾਰ ਤੇ ਪ੍ਰੈਸ਼ਰ ਤਾਂ ਹੈਗਾ ਆ। ਪਰ ਸਰਕਾਰ ਤੇ ਪ੍ਰੈਸ਼ਰ ਕਰਨ ਇੱਕ ਗੱਲ ਦਾ ਥੋੜ੍ਹੀ ਰਿਹਾ। ਜਦੋਂ CA NPR ਲਿਆਂਦਾ ਤਾਂ ਸਾਰੇ ਮੁਸਲਿਮ ਕੰਟਰੀ, ਸਾਰਾ ਮਿਡਲ ਈਸਟ, ਈਵਨ ਅਮਰੀਕਾ, ਜੈ ਸ਼ੰਕਰ ਨੂੰ ਉੱਥੇ ਅਮਰੀਕਾ ਤੋਂ ਵਾਪਸ ਆਉਣਾ ਪਿਆ, ਕਿਉਂਕਿ ਉੱਥੋਂ ਇਹ ਕਹਿੰਦਾ ਇੱਥੋਂ ਦੇ ਇੱਕ MP ਨੂੰ, ਆਪਣੇ ਨੂੰ, ਅਮਰੀਕਾ ਦੇ ਨੂੰ ਇਸ ਮੀਟਿੰਗ 'ਚੋਂ ਕੱਢੋ, ਉਹਨੂੰ ਬੁਲਾਓ ਨਾ, ਜਿਹਨਾਂ CA ਦੇ ਖਿਲਾਫ ਉੱਥੇ ਰੋਸ ਪ੍ਰਗਟ ਕੀਤਾ ਸੀਗਾ। ਕਹਿੰਦੇ ਸਾਡੀ MP ਕਿਉਂ ਨਹੀਂ ਬੁਲਾਵਾਂਗੇ, ਇਹ ਉੱਥੇ ਬਗੈਰ ਬੋਲੇ ਵਾਪਸ ਆ ਗਿਆ ਸੀਗਾ ਜੈ ਸ਼ੰਕਰ, ਜਿਹੜਾ ਇੰਡੀਅਨ ਫੋਰਨ ਮਿਨਿਸਟਰ ਹੈ। ਸੋ ਜਿਹੜਾ ਪ੍ਰੈਸ਼ਰ ਬਣਦਾ ਪਿਆ ਹੈਗਾ, ਪ੍ਰੈਸ਼ਰ ਪਹਿਲਾਂ ਵੀ ਬਣਦੇ ਰਹੇ ਨੇ, ਪਰ ਸਰਕਾਰ ਤੁਸਤ ਪਾ ਕੇ ਚੱਲੀ ਜਾਂਦੀ ਰਹੀ ਹੈ। ਔਰ ਜਿਹੜਾ ਦੇਸ਼ ਦਾ ਜਿਹੜਾ ਇੱਕ ਹਿੰਦੀ ਹਾਰਟਲੈਂਡ ਹੈ, ਜਿਹਨੂੰ ਕਾਊ ਬੈਲਟ ਕਹਿੰਦੇ ਆ, ਜੀ ਬਿਹਾਰ ਹੋਇਆ, ਮੱਧ ਪ੍ਰਦੇਸ਼ ਹੋਇਆ, UP ਹੋਇਆ, ਜੇ ਇੱਦਾਂ ਦੀ ਜਿਹੜੀ ਏਰੀਆ ਜਿੱਥੇ ਹਿੰਦੀ ਹਾਰਟਲੈਂਡ ਕਹਿੰਦੇ ਹੈਗੇ, ਉਹਨਾਂ 'ਚ ਬਹੁਤਾ ਵਿਰੋਧ NPR CA ਇੱਦਾਂ ਨਹੀਂ ਹੋਇਆ, ਕਿਉਂਕਿ ਹਿੰਦੀ ਹਾਰਟਲੈਂਡ ਹੈ। ਪਰ ਕਿਸਾਨੀ ਤਾਂ ਹਰ ਥਾਂ ਬੈਠੀ ਹੈ, ਬਿਲਕੁਲ UP 'ਚ ਹੀ ਬੈਠੀ ਹੈ, ਨਾਲੇ ਮਸਲਾ ਆਮ ਲੋਕਾਂ ਤੇ ਵਪਾਰੀਆਂ ਨਾਲ ਜੁੜ ਗਿਆ ਹੈਗਾ। ਫਿਰ ਕੱਲਾ ਹੀ ਨਹੀਂ ਹੈਗਾ ਜਿਹੜਾ ਕਚੂਮਰ ਨਿਕਲਣਾ, ਉਹ ਤਾਂ ਆਪਣਾ ਕਿਸਾਨ ਦਾ ਨਿਕਲਣਾ। ਮੈਂ ਕਹਿੰਦਾ ਕਿਸਾਨ ਤਾਂ ਆਪਣਾ ਢਿੱਡ ਭਰ ਲਊਗਾ, ਗੁਜ਼ਾਰਾ ਤੋਰ ਲਊਗਾ, ਉਹ ਆਪਣੇ ਖਾਣ ਜੋਗਾ ਉਗਾ ਲਊਗਾ, ਘੱਟੋ ਘੱਟ ਭੁੱਖਾ ਨਹੀਂ ਮਰਦਾ। ਬਾਕੀ ਲੋਕਾਂ ਨੂੰ ਤਾਂ ਜਿਵੇਂ ਜਦੋਂ ਕਾਰਪੋਰੇਟ ਹੱਥਾਂ 'ਚ ਜਿਹੜੀ ਮਾਰਕੀਟਿੰਗ ਆ ਗਈ, ਜਦੋਂ ਉਹਨੇ ਕਹਿਤਾ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ, ਜਦੋਂ ਮਰਜ਼ੀ ਜਿੰਨਾ ਮਰਜ਼ੀ ਸਟੋਰ ਕਰ ਲਓ, ਬਿਲਕੁਲ ਐਸੈਂਸ਼ੀਅਲ ਕਮੋਡਿਟੀ ਦਾ 3 ਐਕਟ ਹੈਗਾ। ਤੇ ਇਹੀ ਆਟਾ ਜਿਹੜਾ ਅੱਜ 25 ਰੁਪਏ ਕਿਲੋ ਵਿਕ ਰਿਹਾ, ਇਹ ਆਟਾ 90 ਰੁਪਏ ਕਿਲੋ ਨਾ ਵਿਕਿਆ
ਤਾਂ ਮੈਂ ਆਪਣੀ ਹਾਰ ਮੰਨ ਲੂੰਗਾ, ਮੈਂ ਆਪਣੇ ਬਿਆਨ ਤੋਂ ਮੈਂ ਇਸ ਗੱਲ ਤੇ ਆਪਣਾ ਗਲਤੀ ਮੰਨ ਲੂੰਗਾ। ਇਹ ਆਟਾ 90 ਰੁਪਏ ਕਿਲੋ ਵਿਕੂਗਾ, ਆਮ ਲੋਕਾਂ ਦਾ, ਕਚੂਮਰ ਮਜ਼ਦੂਰਾਂ ਦਾ, ਕਿਸਾਨਾਂ ਦਾ, ਸ਼ਹਿਰੀਆਂ ਦਾ। ਆ ਜਿਹੜੇ ਸ਼ਹਿਰੀ ਅੱਜ ਬੈਠੇ ਨੇ ਇੱਥੇ, ਦਿੱਲੀ ਨਹੀਂ ਜਾ ਰਹੇ ਜਾਂ ਸਪੋਰਟ ਨਹੀਂ ਕਰ ਰਹੇ, ਉਹ ਬੜੇ ਭੁਲੇਖੇ ਦਾ ਸ਼ਿਕਾਰ ਨੇ, ਬੜੀ ਇਤਿਹਾਸਕ ਗਲਤੀ ਕਰ ਰਹੇ ਪੰਜਾਬ ਦੇ ਸ਼ਹਿਰੀ। ਕਿਉਂਕਿ ਵੈਸੇ ਵੀ ਜਦੋਂ ਸ਼ਹਿਰ 'ਚ ਹੜ੍ਹ ਆਉਂਦਾ ਹੈਗਾ, ਸਭ ਤੋਂ ਪਹਿਲਾਂ ਪਿੰਡਾਂ ਟਰਾਲੀਆਂ ਆਉਂਦੀਆਂ ਲੰਗਰ ਲੈ ਕੇ, ਲੱਖ ਲੱਖ ਪਾਣੀ ਜਾ ਕੇ ਸਭ ਤੋਂ ਪਹਿਲਾਂ ਇਹਨਾਂ ਸ਼ਹਿਰੀਆਂ ਨੂੰ ਪਿੰਡਾਂ ਦੀ ਰੋਟੀ ਖਵਾ ਦੇ, ਸਰਕਾਰ ਬਾਅਦ 'ਚ ਪੁੱਜਦੀ ਹੈਗੀ ਹੈ। ਅੱਜ ਇਹ ਕਿਸਾਨ ਸਾਡਾ ਸੰਕਟ 'ਚ ਹੈ, ਸਾਡੇ ਪਿੰਡ ਸੰਕਟ 'ਚ ਹੈਗੇ, ਤਾਂ ਪੰਜਾਬ ਦੇ ਸ਼ਹਿਰੀਆਂ ਦਾ ਫਰਜ਼ ਬਣਦਾ ਹੈਗਾ, ਚਾਹੇ ਪਟਿਆਲਾ, ਲੁਧਿਆਣਾ, ਸਾਰੇ ਸ਼ਹਿਰੀਆਂ ਸਵਾਏ ਮਾਲਵਾ ਦੇ ਸ਼ਹਿਰਾਂ ਤੋਂ, ਬੁਢਲਾਡਾ ਹੋਇਆ, ਮਾਨਸਾ ਹੋਇਆ, ਰਾਮਪੁਰਾ ਫੂਲ ਹੈ, ਤਪਾ ਹੈ, ਜਾਂ ਇੱਧਰ ਨੂੰ ਜਿਹੜੇ ਸ਼ਹਿਰ ਮੁਕਤਸਰ ਹੈਗਾ, ਇਹਨਾਂ ਸ਼ਹਿਰਾਂ ਤੋਂ ਇਲਾਵਾ ਜਿਹੜੇ ਮੇਨ GT ਰੋਡ ਦੇ ਬਸਦੇ ਸ਼ਹਿਰ ਨੇ, ਜਿਹੜਾ ਮੇਨ ਮਤਲਬ ਅਰਬਨ ਏਰੀਆਜ਼ ਹੈਗੇ ਆ, ਜਲੰਧਰ ਹੋਇਆ, ਅੰਮ੍ਰਿਤਸਰ ਹੋਇਆ, ਲੁਧਿਆਣਾ ਹੋਇਆ, ਪਟਿਆਲਾ ਹੋਇਆ ਜਾਂ ਰਾਜਪੁਰ, ਇੱਥੋਂ ਕੋਈ ਬੜਾ ਹੰਗਾਰਾ, ਹਾਲਾਂਕਿ ਲੋਕਾਂ ਦੀ ਹਮਦਰਦੀ ਹੈਗੀ ਹੈ, ਪਰ ਜਿਹੜੀ ਐਕਟਿਵ ਸਪੋਰਟ ਹੁੰਦੀ ਹੈ ਉਹ ਬਦਕਿਸਮਤੀ ਨੂੰ ਅਜੇ ਪੰਜਾਬ 'ਚੋਂ ਅਜੇ ਗਈ ਨਹੀਂ ਹੈ ਜੀ ਪੂਰੀ। ਬਿਲਕੁਲ, ਆਮ ਲੋਕਾਂ ਨੂੰ ਵੀ ਚਾਹੀਦਾ ਕਿ ਨਾਲ ਹੋਣ, ਸ਼ਹਿਰੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ। ਕਚੂਮਰ ਆਮ ਲੋਕਾਂ ਦਾ ਨਿਕਲਣਾ, ਕਿਸਾਨ ਤਾਂ ਖਾ ਲੂਗਾ, ਉਹ ਤਾਂ ਪਕਾ ਲੂਗਾ ਆਪਣਾ, ਉਹ ਨਹੀਂ ਭੁੱਖਾ ਮਰਨ ਲੱਗਿਆ। ਬਿਲਕੁਲ ਬਿਲਕੁਲ, ਉਹ ਜਿਵੇਂ ਬੀਜੇਪੀ ਵਾਲੇ ਤਾਂ ਲਗਾਤਾਰ ਕਹੀ ਜਾਂਦੇ ਨੇ, ਮੈਂ ਲਾਸਟ ਵਿੱਚ ਇਹ ਗੱਲ ਜ਼ਰੂਰ ਜੋੜਨੀ ਚਾਹਾਂਗਾ, ਕਹਿੰਦੇ ਮਾਰਕਸਵਾਦੀ ਨੇ, ਲੈਨਨ ਦੀ ਨੀਤੀ ਤੇ ਚੱਲਦੇ ਨੇ। ਇਹੋ ਜਿਹੇ ਸਵਾਲ ਮਤਲਬ ਕਿ ਵਾਰ-ਵਾਰ ਉਹਨਾਂ ਤੇ ਤੰਜ, ਉਹਨਾਂ ਨੂੰ ਟੋਣਾ ਵਾਰ-ਵਾਰ ਉਹਨਾਂ ਦਾ ਚੱਲ ਨਹੀਂ ਰਿਹਾ। ਉਹਨੇ ਸਾਨੂੰ ਖਾਲਿਸਤਾਨੀ ਵੀ ਕਿਹਾ, ਸਾਨੂੰ ਅਰਬਨ ਨਕਸਲ ਵੀ ਕਿਹਾ, ਕਾਮਰੇਡ ਵੀ ਕਿਹਾ, ਜੋ ਮਰਜੀ ਕਹਿ ਲੈਣ, ਜਿਹੜੀ ਗੱਲ ਲੋਕਾਂ ਦੇ ਹਿੱਤ ਦੀ ਹੈ ਉਹ ਲੋਕੀ ਆਪੇ ਫੜਨਗੇ, ਜਿਹੜੀ ਲੋਕਾਂ ਦੇ ਵਿਰੋਧੀ ਹੈ ਲੋਕੀ ਠੁੱਡਾ ਮਾਰਨਗੇ। ਬਿਲਕੁਲ, ਅੱਜ ਤਾਂ ਬਿੱਲਾਂ ਠੁੱਡਾ ਮਾਰਦੇ, ਕੱਲ ਨੂੰ BJP ਨੂੰ ਠੁੱਡਾ ਮਾਰਨਗੇ। ਲੋਕਾਂ ਨੇ ਜੋ ਜਲਵੇ ਦੇਖੇ ਨੇ, ਕਾਂਗਰਸ ਦੀ ਭਜਾਈ ਲੋਕਾਂ ਨੇ, ਐਵੇਂ ਭਾਜਪਾ ਕਿਹੜੀ ਜਿੱਤ ਹੈਗੀ ਹੈ। ਬਿਲਕੁਲ ਬਿਲਕੁਲ, ਲੋਕ ਇੰਨੀ ਈਨ ਨਹੀਂ ਮੰਨਦੇ, ਇਤਿਹਾਸ ਨਾਲ ਨਹੀਂ ਮੰਨੀ, ਔਰ ਪੰਜਾਬ ਨੇ ਤਾਂ ਬਿਲਕੁਲ ਨਹੀਂ ਮੰਨੀ। ਪੰਜਾਬ ਨੇ ਆਪਣਾ ਰਾਜ ਕੀਤਾ, ਪੰਜਾਬ ਉਹ ਕੌਮ ਹੈ ਜਿਹਦਾ ਰਾਜ ਰਿਹਾ 150 ਸਾਲ ਇਸ ਧਰਤੀ ਉੱਤੇ, ਉਹ ਵੀ ਅਟਕ ਤੋਂ ਲੈ ਕੇ ਦਿੱਲੀ ਤੱਕ। ਬਿਲਕੁਲ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਸਾਬਕਾ ਮੈਂਬਰ ਪਾਰਲੀਮੈਂਟ ਤੇ ਪੰਜਾਬ ਮੰਚ ਦੇ ਸੀਨੀਅਰ ਆਗੂ ਡਾਕਟਰ ਧਰਮਵੀਰ ਗਾਂਧੀ। ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਬਿੱਲ ਕਿਵੇਂ ਬਣਦੇ ਨੇ, ਕਿਵੇਂ ਪਾਸ ਹੁੰਦੇ ਨੇ, ਕਿਵੇਂ ਕਾਨੂੰਨ ਬਣ ਜਾਂਦੇ ਨੇ, ਕਿਸ ਤਰੀਕੇ ਦੀ ਭਾਜਪਾ ਨੇ ਸਾਜ਼ਿਸ਼ ਖੇਡੀ ਜਾਂ ਚਾਲ ਖੇਡੀ, ਜਾਂ ਕਿਸ ਤਰੀਕੇ ਦੇ ਨਾਲ, ਜਿਵੇਂ ਡਾਕਟਰ ਗਾਂਧੀ ਕਹਿ ਰਹੇ ਨੇ ਕਿ ਇਹਨਾਂ ਕਾਨੂੰਨਾਂ ਨੂੰ ਪਾਸ ਕੀਤਾ ਗਿਆ ਸੰਵਿਧਾਨ ਨੂੰ ਛਿੱਕੇ ਤੇ ਟੰਗ ਕੇ। ਆਮ ਲੋਕਾਂ ਦਾ ਵੀ ਮਸਲਾ ਹੈ, ਆਮ ਲੋਕਾਂ ਨੂੰ, ਸ਼ਹਿਰੀਆਂ ਨੂੰ ਇਹ ਸਮਝਣਾ ਚਾਹੀਦਾ ਕਿ ਇਹਨੂੰ ਕਿਸਾਨੀ ਸੰਘਰਸ਼ ਨਾ ਸਮਝ ਕੇ ਇਹ ਆਮ ਲੋਕਾਂ ਦਾ ਸੰਘਰਸ਼ ਹੈ, ਇਸ ਵਿੱਚ ਸ਼ਾਮਲ ਜ਼ਰੂਰ ਹੋਣਾ ਚਾਹੀਦਾ, ਕਿਸਾਨਾਂ ਨੂੰ ਸਾਥ ਦੇਣਾ ਚਾਹੀਦਾ। ਲੋਕਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ, ਆਪਣੇ ਵਿਚਾਰ ਜ਼ਰੂਰ ਰੱਖਿਓ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਮੈਨੂੰ ਇਜਾਜ਼ਤ ਦਿਓ, ਧੰਨਵਾਦ।